देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਤੇ ਹਰੇਕ ਧਰਮ ਦਾ ਬੰਦਾ ਇੱਥੇ ਆ ਤੇ ਕੋਈ ਇਹ ਧਾਰਮਿਕ ਮੋਰਚਾ ਨਹੀਂ ਆ, ਕੋਈ ਧਾਰਮਿਕ ਗੱਲ ਨਹੀਂ, ਨਾ ਹੀ ਇਕੱਲਾ ਹੁਣ ਕਿਸਾਨ ਅੰਦੋਲਨ ਰਹਿ ਗਿਆ, ਜਨ ਅੰਦੋਲਨ ਬਣ ਗਿਆ। ਜਿਹੜਾ ਵੀ ਬੰਦਾ ਰੋਟੀ ਖਾਂਦਾ ਨਾ ਆਪਦੇ ਮੂੰਹ ਨਾਲ ਤੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਆ ਕੇ ਉੱਤੇ ਕੁਝ ਨਹੀਂ ਹੋ ਸਕਦਾ ਤੇ ਇਤਿਹਾਸ ਸਿਰਜਿਆ ਜਾਣਾ। ਪੰਜਾਬੀਅਤ ਨੂੰ ਕਿਵੇਂ ਡਿਫਾਈਨ ਕਰਦੇ ਹੋ? ਸਾਰੇ ਇੰਡੀਆ ਨੇ ਲਗਭਗ ਮੰਨ ਹੀ ਲਿਆ ਸੀ ਬਿੱਲੇ ਇਹ ਤਾਂ ਪੰਜਾਬੀ ਆਏ ਆਪਣੇ ਉਧਰੋਂ ਦਿੱਲੀ ਨੂੰ ਕੂਚ ਕਰੇ ਆ। ਤੁਹਾਨੂੰ ਨੀਅਤ ਕੀ ਲੱਗਦੀ ਹੈ? ਮੈਂ ਤੁਹਾਨੂੰ ਦੋ ਚੀਜ਼ਾਂ ਦੱਸ ਰਿਹਾ ਲਗਾਤਾਰ ਚੱਲਦੀਆਂ। ਇੱਕ ਪਾਸੇ ਗੱਲਬਾਤ ਲਈ ਬੁਲਾਇਆ ਜਾ ਰਿਹਾ, ਗੱਲਬਾਤ ਕਿਸੇ ਸਿਰੇ ਨਹੀਂ ਲੱਗ ਰਹੀ, ਸਰਕਾਰ ਉਹੀ ਕਹਿ ਦਿੰਦੀ ਕਿ ਅਸੀਂ ਅਮੈਂਡਮੈਂਟ ਕਰਨਾ, ਬਿੱਲ ਰੱਦ ਨਹੀਂ ਕਰਨੇ। ਦੂਸਰੇ ਪਾਸੇ ਦਿੱਲੀ ਦੇ ਤੁਸੀਂ ਘੁੰਮਦੇ ਹੋ, ਆਲੇ ਦੁਆਲੇ ਦੇ ਜਿੰਨੇ ਬਾਰਡਰ ਹੈਗੇ ਸਾਰੇ ਤੇ ਜਗ੍ਹਾ ਤੇ ਸਿਕਿਉਰਿਟੀ ਵੱਧ ਰਹੀ ਹੈ, ਬੈਰੀਕੇਡ ਵੱਧ ਰਹੇ ਨੇ, ਮਿੱਟੀ ਦੇ ਭਰ ਕੇ ਕੈਂਟਰ ਲਾਏ ਜਾ ਰਹੇ ਨੇ। ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਸਮਝ ਕਿਵੇਂ ਰਹੇ ਹੋ? ਨੈਸ਼ਨਲ ਪੱਧਰ ਤੇ ਬਹੁਤ ਥੂ ਹੋ ਗਈ ਆ। ਤੁਹਾਨੂੰ ਲੱਗਦਾ ਵੀ ਹੁਣ ਇੱਥੇ ਕੋਈ ਨੇਕੀ ਚੀਜ਼ ਹੋ ਗਈ ਤੇ ਜਿੰਨੀ ਆਪਣੇ ਵਾਲਿਆਂ ਦੀ ਅਣਖ ਹੈ ਵੀ ਇਹ ਪਿੱਛੇ ਮੁੜ ਜਾਣਗੇ ਬਿਨਾਂ ਮਰੇ, ਬਿਨਾਂ ਹੱਕ ਲਏ, ਬਿਨਾਂ ਮਰੇ। ਜੇ ਹੱਕ ਨਾ ਦਿੱਤੇ ਮਰਾਂਗੇ ਤੇ ਬਿਨਾਂ ਮਰੇ ਆਪਣੇ ਵਾਲੇ ਵਾਪਸ ਜਾ ਵੜਨਗੇ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਪਮਿਲ ਭਾਟੀਆ। ਫਿਲਮੀ ਸਿਤਾਰੇ ਚਾਹੇ ਬਾਲੀਵੁੱਡ ਦੇ ਹੋਣ ਜਾਂ ਪੰਜਾਬੀ ਇੰਡਸਟਰੀ ਦੇ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਸਟਾਰਸ ਨੇ, ਜ਼ਮੀਨ ਤੇ ਘੱਟ ਉਤਰਦੇ ਨੇ। ਤੇ ਜੇਕਰ ਕਦੇ ਕੋਈ ਮੌਕਾ ਆ ਜੇ ਹਾਕਮ ਧਿਰ ਦੇ ਨਾਲ ਮੱਥਾ ਲਾਉਣ ਦਾ, ਤੇ ਜ਼ਿਆਦਾਤਰ ਲੋਕ ਜਿਹੜੇ ਨੇ ਉਸ ਤੋਂ ਕੰਨੀ ਕਤਰਾਉਣ ਦੇ ਵਿੱਚ ਹੀ ਬਿਹਤਰੀ ਸਮਝਦੇ ਨੇ। ਖੇਤੀ ਅੰਦੋਲਨ ਦਾ ਇਤਿਹਾਸ ਜਦੋਂ ਵੀ ਲਿਖਿਆ ਜਾਏਗਾ ਉਸ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਦੇ ਯੋਗਦਾਨ ਨੂੰ ਬਹੁਤ ਹੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ। ਉਮੀਦ ਤੋਂ ਪਰੇ ਪੰਜਾਬੀ ਇੰਡਸਟਰੀ ਦੇ तमाम ਸਿਤਾਰਿਆਂ ਨੇ ਇਸ ਦੇ ਵਿੱਚ ਸਾਥ ਦਿੱਤਾ ਹੈ। ਤੇ ਉਸੇ ਸਮੇਂ ਬਾਲੀਵੁੱਡ, ਜਿਸ ਨੂੰ ਬਹੁਤ ਵੱਡਾ ਇੰਡਸਟਰੀ ਹੈਗੀ ਹੈ ਦੁਨੀਆ ਭਰ ਦੇ ਵਿੱਚ, ਹਾਲੀਵੁੱਡ ਤੋਂ ਬਾਅਦ ਦੂਸਰੀ ਵੱਡੀ ਇੰਡਸਟਰੀ ਹੈ, ਉਸਨੇ ਪਿੱਠ ਕਰ ਲਈ ਪੰਜਾਬ ਦੇ ਮੁੱਦਿਆਂ ਵੱਲ, ਪੰਜਾਬ ਦੇ ਕਿਸਾਨਾਂ ਵੱਲ। ਜਿਸ ਤਰ੍ਹਾਂ ਦੇ ਸਿੱਖ ਬਣ ਕੇ ਉਹ ਰੋਲ ਕਰਦੇ ਰਹੇ ਨੇ, ਪੰਜਾਬੀ ਬਣ ਕੇ ਉਹ ਰੋਲ ਕਰਦੇ ਰਹੇ ਨੇ। ਅੱਜ ਥਾਂ ਤੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ, ਪੁਤਲੇ ਫੂਕੇ ਜਾ ਰਹੇ ਨੇ ਕਿ ਜਿਨ੍ਹਾਂ ਨੇ ਖੁਦ ਨੂੰ ਪੰਜਾਬੀ ਦਿਖਾ ਕੇ ਪੈਸੇ ਕਮਾਏ, ਅੱਜ ਉਹ ਲੋਕ ਪੰਜਾਬ ਦੇ ਜਾਂ ਦੇਸ਼ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਕਿਉਂ ਨਹੀਂ ਖੜੇ। ਬਹੁਤ ਸਾਰੇ ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ ਕਿਸਾਨ ਅੰਦੋਲਨ ਦੇ ਵਿੱਚ। ਅੱਜ ਬਹੁਤ ਹੀ ਦੋ ਖਾਸ ਮਹਿਮਾਨਾਂ ਦੇ ਨਾਲ ਅਸੀਂ ਗੱਲਬਾਤ ਕਰਾਵਾਂਗੇ। ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ ਐਮੀ ਵਿਰਕ ਤੇ ਮਨਿੰਦਰ ਬੁੱਟਰ ਪਹੁੰਚੇ ਨੇ ਦਿੱਲੀ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦੇ ਵਿੱਚ ਹਾਜ਼ਰੀ ਲਵਾਉਣ ਲਈ। ਬਾਈ ਜੀ ਬਹੁਤ ਬਹੁਤ ਸਵਾਗਤ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਆਇਆਂ ਜਿੰਨਾ ਵੀ ਦੈਨਿਕ ਸਵੇਰਾ ਵੇਖਦੇ ਪਏ ਸਾਰਿਆਂ ਨੂੰ ਜੀ ਆਇਆਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਾਰੇ ਜਣੇ ਪਹੁੰਚੋ ਜਿਵੇਂ ਅੱਜ ਅਸੀਂ ਆਏ ਹਾਂ। ਐਮੀ ਬਾਈ, ਸਭ ਤੋਂ ਪਹਿਲਾਂ ਤੁਸੀਂ ਆਬਜ਼ਰਵ ਕੀ ਕਰ ਰਹੇ ਹੋ ਇਸ ਅੰਦੋਲਨ ਨੂੰ ਦੇਖ ਕੇ? ਜਿੱਥੋਂ ਚੱਲਿਆ ਸੀਗਾ 3 ਮਹੀਨੇ ਪਹਿਲਾਂ ਪੰਜਾਬ ਦੀਆਂ ਸੜਕਾਂ ਤੋਂ, ਰੇਲ ਪਟਰੀਆਂ ਤੋਂ, ਅੱਜ ਦਿੱਲੀ ਦੇ ਗਲ ਦੇ ਆਲੇ ਦੁਆਲੇ ਕਿਸਾਨਾਂ ਦਾ ਘੇਰਾ ਹੈਗਾ। ਬਹਿ ਗਿਆ ਜੀ, ਪਾ ਲਿਆ ਹੱਥ ਤੇ ਚਾਅ ਬਹੁਤ ਹੈ ਜੀ, ਖੁਸ਼ੀ ਬੜੀ ਹੈ। ਮੈਂ ਬਸ ਦੇਣਾ ਨਹੀਂ ਦੇ ਸਕਦਾ। ਜਿਹੜੇ ਸੱਜਣ ਮਿੱਤਰ 3 ਮਹੀਨਿਆਂ ਤੋਂ ਲੱਗੇ ਆ ਤੇ ਪਿਛਲੇ 10 ਦਿਨਾਂ ਤੋਂ ਮਤਲਬ ਐਡਾ ਵੱਡਾ ਮੋਰਚਾ ਲੈ ਕੇ ਇੱਥੇ ਪਹੁੰਚੇ ਆਪਾਂ, ਤੇ ਮੈਂ ਦੋਨੇ ਹੱਥ ਜੋੜ ਕੇ ਜੈਨੂਅਲੀ ਦਿਲੋਂ ਸਤਿਕਾਰ ਕਰਦਾ, ਸਲੂਟ ਕਰਦਾ। ਨਹੀਂ ਤੁਹਾਡਾ ਦੇਣਾ ਦੇ ਸਕਦੇ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਮਤਲਬ ਸਭ ਤੋਂ ਵੱਡੀ ਚਾਅ ਵਾਲੀ ਗੱਲ ਇਹ ਹੈ ਵੀ ਜਿਹੜੇ ਸਾਰੇ ਆਪਾਂ ਇਕੱਠੇ ਹੋਏ ਆ, ਸਾਰੇ ਵਿਚਾਰਕ ਮਤਭੇਦ ਦੂਰ ਕਰਕੇ ਜਿਹੜੇ ਸਾਰੇ ਆਪਾਂ ਇਕੱਠੇ ਹੋ ਕੇ ਇੱਥੇ ਪਹੁੰਚੇ ਆ, ਪਿੰਡਾਂ ਦੇ ਪਿੰਡ ਇੱਥੇ ਆਏ ਆ, ਕਿਸੇ ਨਾਲ ਕੋਈ ਈਰਖਾ ਨਹੀਂ। ਮੈਂ ਪਹਿਲਾਂ ਭਾਈ ਨਾਲ ਗੱਲ ਕਰਦਾ ਸੀ ਵੀ ਮੇਲਿਆਂ ਦੇ ਵਿੱਚ ਆਪਣਾ ਜਿਹੜਾ ਬਿਨਾਂ ਲੜਾਈਆਂ ਤੋਂ ਕੋਈ ਮੇਲਾ ਸਫਲ ਨਹੀਂ ਹੁੰਦਾ ਸੀ, ਕਿ ਇਹਨਾਂ ਕੋਈ ਮੋਢਾ ਵੱਜੇ ਤੇ ਅੱਖਾਂ ਕੱਢਦੇ ਇੱਕ ਦੂਜੇ ਨੂੰ। ਇੱਥੇ ਮੋਢਾ ਵੱਜੇ ਤੇ ਸਤਿਕਾਰ ਸਾਥ ਬੰਦਾ ਮਾਫੀਆਂ ਦਾ ਮਾਫੀ ਚਾਹੁੰਦੇ, ਵੀਰੇ ਗਲਤੀ ਹੋ ਗਈ। ਤੇ ਹਰੇਕ ਧਰਮ ਦਾ ਬੰਦਾ ਇੱਥੇ ਆ ਤੇ ਕੋਈ ਇਹ ਧਾਰਮਿਕ ਮੋਰਚਾ ਨਹੀਂ ਜਾਂ ਕੋਈ ਧਾਰਮਿਕ ਗੱਲ ਨਹੀਂ, ਨਾ ਹੀ ਇਕੱਲਾ ਹੁਣ ਕਿਸਾਨ ਅੰਦੋਲਨ ਰਹਿ ਗਿਆ, ਜਨ ਅੰਦੋਲਨ ਬਣ ਗਿਆ। ਜਿਹੜਾ ਵੀ ਬੰਦਾ ਰੋਟੀ ਖਾਂਦਾ ਨਾ ਆਪਦੇ ਮੂੰਹ ਨਾਲ ਤੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਆ ਕੇ ਉੱਤੇ ਕੁਝ ਨਹੀਂ ਹੋ ਸਕਦਾ ਤੇ ਇਤਿਹਾਸ ਸਿਰਜਿਆ ਜਾਣਾ। ਭਾਜੀ ਗਾਂ ਪੋਤੇ ਪੋਤੀਆਂ ਆਪਣੇ ਪਿਓ ਦਾਦਿਆਂ ਨੂੰ ਪੁੱਛਣਗੇ ਵੀ ਪਾਪਾ ਤੁਸੀਂ ਉੱਥੇ, ਦਾਦਾ ਜੀ ਤੁਸੀਂ ਉੱਥੇ ਗਏ ਸੀ ਕਿ ਨਹੀਂ, ਤੇ ਪੁੱਤ ਦਾਦੇ ਕਹਿਣਗੇ ਵੀ ਹਾਂ ਪੁੱਤ ਅਸੀਂ ਜਾ ਕੇ ਆਏ ਸੀਗੇ। ਤੇ ਉਹਨਾਂ ਨੇ ਸਲੂਟ ਮਾਰਨਾ ਵੀ ਦਾਦਾ ਜੀ ਵੈਰੀ ਗੁੱਡ। ਵੀ ਐਡਾ ਮਤਲਬ ਇਹ ਹੁਣ ਸਭ ਤੋਂ ਵੱਡਾ, ਆਈ ਥਿੰਕ ਸੋ ਵਰਲਡ ਦਾ ਸਭ ਤੋਂ ਵੱਡਾ ਐਡਾ ਲੰਬਾ ਚੱਲਣ ਵਾਲਾ ਸੰਘਰਸ਼ ਹੋ ਗਿਆ ਵੀ ਇੰਨਾ ਇਕੱਠਾ ਇੰਨੇ ਕਿਲੋਮੀਟਰ ਐ ਨੂੰ, ਲੋਕ ਇੰਨੇ ਕਿਲੋਮੀਟਰ ਐ ਨੂੰ। ਭਾਜੀ ਜੈਨੂਅਲੀ ਸੋਚ ਵੀ ਨਹੀਂ ਸਕਦੇ। ਜੇ ਤੁਸੀਂ ਕਹਿ ਦਈਏ ਵੀ ਉਧਰਲੇ ਬਾਰਡਰ ਤੋਂ ਤੁਰ ਕੇ ਤੁਸੀਂ ਤੁਰ ਕੇ ਲੰਘ ਜਾਓਗੇ, ਮੈਂ ਕਹਿੰਦਾ ਜੀ ਉੱਠ ਜਾਓ ਹਫ਼ਤਾ ਇੱਕ। ਬਿਲਕੁਲ। ਮਨਿੰਦਰ ਬਾਈ, ਤੁਸੀਂ ਕਿਵੇਂ ਆਬਜ਼ਰਵ ਕਰਦੇ ਹੋ? ਕਿਉਂਕਿ ਲੇਖਕ ਦਾ ਇੱਕ ਨਜ਼ਰੀਆ ਵੀ ਥੋੜਾ ਜਿਹਾ ਵੱਖਰਾ ਹੁੰਦਾ। ਤੁਸੀਂ ਆਬਜ਼ਰਵ ਕਿਵੇਂ ਕਰਦੇ ਹੋ? ਜਦੋਂ ਐਮੀ ਵਿਰਕ ਕਹਿ ਰਹੇ ਨੇ ਵੀ ਜਦੋਂ ਤੁਸੀਂ 10 ਕਿਲੋਮੀਟਰ ਤੁਰ ਕੇ ਜਾਂਦੇ ਹੋ ਤੇ 1000 ਚੀਜ਼ਾਂ ਆਬਜ਼ਰਵ ਕਰਦੇ ਹੋ, ਸਾਰੇ ਰੰਗ ਨਜ਼ਰ ਆਉਂਦੇ ਨੇ ਇਸ ਜਗ੍ਹਾ ਤੇ। ਨਹੀਂ, ਮੈਂ ਸੋਚਦਾ ਸੀ ਕਿ ਪੰਜਾਬੀ ਆਰਟਿਸਟਾਂ ਨੂੰ ਇਸ ਟਾਈਮ ਸਾਰੀ ਪੂਰਾ ਇੰਡੀਆ ਦੇਖਦਾ ਨਾ, ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਰੇ ਜਾਣੇ ਠੋਕ ਕੇ ਪੋਸਟਾਂ ਪਾ ਰਹੇ ਸੀ। ਕੋਈ ਵੀ ਇਹੋ ਜਿਹਾ ਨਹੀਂ ਸੀ, ਨਹੀਂ ਤਾਂ ਇੱਕ ਅੱਧਾ ਇਹੋ ਜਿਹਾ ਨਾ
ਸ਼ਰਾਰਤੀ ਜਿਹਾ ਹੁੰਦਾ ਜਿਹੜਾ ਕਹਿੰਦਾ ਨਹੀਂ ਯਾਰ ਇਹ ਜੀ ਗਲਤ ਹੋ ਰਹੀ ਹੈ। ਪੱਖ ਦੀ ਗੱਲ ਕਰ ਦੂਗਾ ਵੀ ਸਾਨੂੰ ਮਾਈਟ ਵੀ ਸਾਨੂੰ ਸਾਊਥ ਇੰਡੀਅਨ ਸੁਣਨਗੇ ਜਾਂ ਜਿਹੜਾ ਈਸਟ ਵੈਸਟ ਵਾਲੇ ਸੁਣਨਗੇ ਜਾਂ ਜਿਹੜੇ ਕੋਈ ਲੋਕ ਗੁਜਰਾਤ ਤੋਂ ਨੇ ਜਾਂ ਦਿੱਲੀ ਤੋਂ ਨੇ ਮਾਈਟ ਵੀ ਸਾਨੂੰ ਕੱਲ ਨੂੰ ਸਾਡੇ ਸ਼ੋਅ ਨਾਲ ਪਾਉਣੇ ਬੰਦ ਕਰ ਦੇਣ। ਭਾਜੀ ਕਿਸੇ ਬੰਦੇ ਨੂੰ ਕੋਈ ਮਸਲਾ ਨਹੀਂਗਾ, ਲੋਕ ਜੈਨੂਅਲੀ ਸੱਚ ਨਾਲ ਖੜੇ ਆ ਤੇ ਲੋਕਾਂ ਨੂੰ ਪਤਾ ਵੀ ਸੱਚੇ ਆ ਤਾਂ ਲੋਕ ਸਪੋਰਟ ਕਰਦੇ ਪਏ ਨੇ। ਜੇ ਕਿਸੇ ਨੂੰ ਲੱਗਦਾ ਵੀ ਇੱਥੇ ਕੋਈ ਉਨੀਕੀ ਚੀਜ਼ ਆ, ਕੁਝ ਹੋਰ ਮੂਵਮੈਂਟ ਆ ਜਾਂ ਗਲਤ ਆ ਕੁਝ, ਤਾਂ ਬੰਦਾ ਘਬਰਾਉਂਦਾ। ਹੁਣ ਲੋਕਾਂ ਨੂੰ ਵੀ ਪਤਾ ਹੈ ਵੀ ਜੈਨੂਅਲੀ ਸੱਚੀਆਂ ਮੰਗਾਂ ਨੇ ਤੇ ਲੋਕ ਸਪੋਰਟ ਕਰਦੇ ਪਏ। ਨਾਟ ਇਵਨ ਭਾਜੀ ਇਕੱਲੇ ਪੰਜਾਬੀ ਆਰਟਿਸਟ, ਹੋਰ ਵੀ ਕਾਫੀ ਹੁਣ ਬਾਲੀਵੁੱਡ ਦੇ ਵਿੱਚ ਆਪਾਂ ਪਹਿਲਾਂ ਗੱਲ ਕੀਤੀ 2-3 ਜਣੇ ਆ ਗਏ ਆ ਜਿਨ੍ਹਾਂ ਨੂੰ ਪਤਾ ਵੀ ਜਿਹੜੀ ਚੀਜ਼ ਸੱਚ ਹੈ, ਕਿਉਂਕਿ ਉਦੋਂ ਸੀ ਦਾ ਪ੍ਰੋਟੈਸਟ ਹੋਇਆ ਸੀਗਾ, ਉਦੋਂ ਵੀ ਕਿਹੜੇ ਕਾਫੀ ਲੋਕ ਗਏ ਸੀਗੇ ਉਦੋਂ। ਚਲੋ ਉਸ ਤੋਂ ਬਾਅਦ ਕਰੋਨਾ ਦੀ ਆੜ ਦੇ ਵਿੱਚ ਸਭ ਖਤਮ ਕਰਤਾ ਤੇ ਉਦੋਂ ਮੁੜ ਕੇ ਹੁਣ ਆਪਣੇ ਵਾਲੇ ਸਾਨੂੰ ਕੋਈ ਨਹੀਂ ਕਹਿੰਦਾ ਕਰੋਨਾ ਹੁਣ ਤਾਂ ਭਾਵੇਂ ਦੀ ਕੋਈ ਮਰਜ਼ੀ ਆ ਜਾਏ, ਚਾਹੇ ਪਲੇਗ ਆ ਜਾਏ, ਜਾਂਦੇ ਨਹੀਂ। ਹਾਂ ਇੱਥੇ ਦੇ ਲੋਕੀ ਕਹੀ ਜਾਂਦੇ, ਕਹਿੰਦੇ ਕਰੋਨਾ ਖਾ ਗਏ ਪੰਜਾਬੀ, ਇੱਥੇ ਬਹਿ ਗਏ ਪੰਜਾਬੀ ਖਾ ਗਏ ਸਰ, ਸੱਚੀ ਖਾ ਗਏ। ਤੇ ਮੇਨ ਗੱਲ ਇਹ ਵੀ ਸਾਰੇ ਆਰਟਿਸਟਾਂ ਨੇ ਦਿਲ ਖੋਲ ਕੇ ਸਪੋਰਟ ਕੀਤੀ ਜੀ, ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ, ਕਿਉਂਕਿ ਪੂਰਾ ਇੰਡੀਆ ਦੇਖਦਾ। ਉਹ ਪੰਜਾਬ ਦੇ ਰੋਲ ਨੂੰ ਤੁਸੀਂ ਕਿਵੇਂ ਡਿਫਾਈਨ ਕਰਦੇ ਹੋ, ਪੰਜਾਬੀਅਤ ਨੂੰ ਕਿਵੇਂ ਡਿਫਾਈਨ ਕਰਦੇ ਹੋ? ਇਹਦੇ ਬਾਰੇ ਇਹ ਵੀ ਇੱਕ ਕਿਹਾ ਜਾ ਰਿਹਾ ਕਿ ਪੰਜਾਬੀਅਤ ਬਹੁਤ ਜ਼ਿਆਦਾ ਮਕਬੂਲ ਹੋ ਕੇ ਨਿਕਲੀ ਇਸ ਅੰਦੋਲਨ ਚੋਂ। ਖੁੱਲੇ ਦਿਲ ਵਾਲੀ ਚੜ੍ਹਦੀ ਕਲਾ ਵਾਲੀ ਕੌਮ ਹੈ ਜੀ ਪੰਜਾਬ। ਸਾਰੇ ਇੰਡੀਆ ਨੇ ਲਗਭਗ ਮੰਨ ਹੀ ਲਿਆ ਸੀ ਬਿੱਲੇ ਇਹ ਤਾਂ ਪੰਜਾਬੀ ਆਏ ਆਪਣੇ ਉਧਰੋਂ ਦਿੱਲੀ ਨੂੰ ਕੂਚ ਕਰੇ ਆ। ਇੱਕ ਫੋਟੋ ਵੇਖੀ ਬਾਸਕਟਬਾਲ ਪਲੇਅਰ ਨੇ ਤੇ ਉਹ ਜਿਵੇਂ ਪਾਕਿਸਤਾਨ ਉੱਥੇ ਪਾਕਿਸਤਾਨ ਕਹਿੰਦਾ ਉੱਥੇ ਅਮਰੀਕਾ ਦੇ ਵਿੱਚ ਉਦੋਂ ਨਹੀਂ ਹੋਇਆ ਬਲੈਕ ਲਾਈਵਸ ਮੈਟਰ, ਜਦੋਂ ਉਹਨੂੰ ਧੌਣ ਦੇ ਗੋਡਾ ਰੱਖ ਕੇ ਇੱਕ ਬੰਦਾ ਮਾਰਤਾ ਸੀਗਾ ਉਹਨਾਂ ਨੇ ਉੱਥੋਂ ਦਾ ਬਲੈਕ ਪੀਪਲ ਰਾਈਟ। ਤੇ ਉਹਨਾਂ ਨੇ ਨਾ ਇੱਧਰਲੇ ਪਾਸੇ ਆਪਣੇ ਸਿੱਖ ਨੇ ਫੋਟੋ ਫੜੀ ਆ ਬਲੈਕ ਲਾਈਵਸ ਮੈਟਰ ਤੇ ਦੂਜੇ ਪਾਸੇ ਉਹਨੇ ਲਿਖਿਆ ਸਿੱਖ ਲਾਈਵਸ ਮੈਟਰ ਤੇ ਨਾਲ ਫਾਰਮਰਸ ਦੀ ਫੋਟੋ ਛਾਪੀ ਹੋਈ ਫਾਰਮਰਸ ਲਾਈਫ ਮੈਟਰ। ਤੇ ਉਹ ਏਡੀ ਸੋਹਣੀ ਗੱਲ ਲੱਗੀ ਮੈਨੂੰ, ਮਤਲਬ ਇੰਟਰਨੈਸ਼ਨਲ ਪੱਧਰ ਦੇ ਨੈਸ਼ਨਲ ਮੀਡੀਆ ਸਾਡੀ ਸਪੋਰਟ ਕਰੇ ਨਾ ਕਰੇ ਤਾਂ ਕਹਿੰਦੇ ਵੀ ਨਹੀਂ, ਨਾ ਉਹਨਾਂ ਨੂੰ ਤਰਲਾ ਕਰਦੇ ਆ ਕੁਝ ਮਰਜ਼ੀ ਕਰ ਲਓ, ਅਸੀਂ ਤਾਂ ਜੋ ਕਰਨਾ ਹੀ ਕਰਤਾ। ਸਾਰੇ ਕਿਤੇ ਸੁਣੇ ਜਾਂਦੇ ਆ ਤੁਹਾਨੂੰ ਟਵਿੱਟਰ ਤੇ ਨੇਰੀਆਂ ਬਣਾਤੀਆਂ ਲੱਖਾਂ ਦੀ ਗਿਣਤੀ 'ਚ ਟਵਿੱਟਰ ਚੱਲੀ ਜਾਂਦਾ ਤੇ ਉਹ ਟਰੈਕਟਰ ਟੂ ਟਵਿੱਟਰ ਤੇ ਉਸ ਤੋਂ ਬਾਅਦ 4 ਦਸੰਬਰ ਭਾਰਤ ਬੰਦ ਰਹੇਗਾ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫਾਰਮਰ ਪ੍ਰੋਟੈਸਟ। ਭਾਜੀ ਉਹਨਾਂ ਦੇ ਵਿੱਚੋਂ 5 ਤੋਂ ਮਤਲਬ 10 ਤੋਂ 12 ਟ੍ਰੈਂਡਿੰਗ ਦੇ ਵਿੱਚ ਹੁੰਦੇ ਨੇ, ਉਹਨਾਂ ਤੋਂ ਰੋਜ਼ 4 ਤੋਂ 5 ਆਪਣੇ ਇਹਨਾਂ ਦੇ ਹੁੰਦੇ ਆ। ਤਾਂ ਲੱਗਦਾ ਕਿ ਉਹਨਾਂ ਨੂੰ ਵੀ ਜਵਾਬ ਮਿਲ ਗਿਆ ਜਿਹੜੇ ਕਹਿੰਦੇ ਕਿ ਪੰਜਾਬੀ ਤੇ ਏਡੇ ਪੜ੍ਹੇ ਲਿਖੇ ਨਹੀਂ ਹੈਗੇ, ਉਹ ਟਵਿੱਟਰ ਤੇ ਕੀ ਕਰਨਗੇ। ਟਵਿੱਟਰ ਨੂੰ ਪੰਜਾਬੀਆਂ ਨੇ ਇਸ ਤਰ੍ਹਾਂ ਕਮਾਇਆ ਕਿ ਰੋਜ਼ ਹੀ ਨਵੀਂ ਚੀਜ਼ ਟ੍ਰੈਂਡਿੰਗ 'ਚ ਲਿਆ ਦਿੰਦੇ ਸੀ। ਆਪ ਹੀ ਉਹ ਵਿਹਲੇ ਹੁਣ ਸਾਰਾ ਦਿਨ ਨੇਰੀ ਬਣਾ ਦਿੰਦੇ ਆ। ਹੁਣ ਇੱਥੇ ਵੀ ਤਾਂ ਟਰਾਲੀਆਂ 'ਚ ਬੈਠੇ ਆ, ਹੁਣ ਸਾਰੇ ਉਹਨਾਂ ਨੂੰ ਲੋਕਾਂ ਨੂੰ ਵੀ ਲੱਗ ਜਾਏ ਸੀ ਪਤਾ ਸੀ ਵੀ ਲੋਕਾਂ ਨੂੰ ਬੈਕ ਟੂ ਬੈਕ ਇਹੀ ਅਪੀਲ ਕਰਦੇ ਸੀ। ਚਲੋ ਜੇ ਸਾਡੇ ਤੋਂ ਇੱਥੇ ਨਹੀਂ ਆਇਆ ਸੀਗਾ ਅਸੀਂ ਵੀ ਸੋਸ਼ਲ ਮੀਡੀਆ ਤੇ ਮੈਕਸ ਟੂ ਮੈਕਸ ਜੈਜ਼ੀ ਭਾਜੀ ਲੱਗੇ ਹੋਏ ਆ ਵੱਡੇ ਪੱਧਰ ਤੇ, ਦਲਜੀਤ ਭਾਜੀ, ਗਿੱਪੀ ਬਾਈ, ਮਤਲਬ ਸਾਰੀ ਇੰਡਸਟਰੀ ਨਾ। ਮੈਨੂੰ ਗਿੱਪੀ ਗਰੇਵਾਲ ਦੀ ਇੱਕ ਬੜੀ ਖੂਬਸੂਰਤ ਗੱਲ ਲੱਗੀ। ਗਿੱਪੀ ਗਰੇਵਾਲ ਘਰ ਦੇ ਵਿੱਚ ਕੁਆਰੰਟਾਈਨ ਸੀਗੇ, ਉਹਨਾਂ ਨੇ ਆਪਣੇ ਦੋਨੋਂ ਛੋਟੇ ਮੁੰਡਿਆਂ ਨੂੰ ਭੇਜਿਆ ਕਿ ਤੁਸੀਂ ਉਹਦੇ ਵਿੱਚ ਸ਼ਾਮਿਲ ਹੋ। ਮੈਂ ਉਹ ਵੀਡੀਓ ਦੇਖੀ, ਮੈਨੂੰ ਬੜੀ ਚੰਗੀ ਲੱਗੀ, ਉਹ ਬਹੁਤ ਵਧੀਆ ਲੱਗਿਆ ਜੀ। ਮਤਲਬ ਹਰ ਆਰਟਿਸਟ ਇਕੱਲੇ ਗਿੱਪੀ ਭਾਜੀ ਨਹੀਂ, ਸਾਰੇ ਲੱਗੇ ਹੋਏ ਆ ਤੇ ਜਿੰਨੇ ਮਤਲਬ ਇਕੱਲੇ ਆਰਟਿਸਟਾਂ ਨੂੰ ਵੀ ਸਾਈਡ ਤੇ ਰੱਖੋ। ਜਿਹੜਾ ਵੀ ਬੰਦਾ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਪਾਉਂਦਾ ਪਿਆ ਨਾ, ਅਸੀਂ ਉਹਦੇ ਰਹਿਣੀ ਹੈ। ਫਾਰਮਰਸ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਿਖ ਕੇ ਵੀ ਪਾਉਂਦਾ ਪਿਆ ਨਾ, ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਰੱਖਦਾ, ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ, ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਬਸ। ਬਾਈ ਜੀ, ਤੁਸੀਂ ਪਹਿਲੇ ਫਿਲਮ ਇੰਡਸਟਰੀ ਨੂੰ ਲੈ ਕੇ ਗੱਲਬਾਤ ਕਰ ਲਈਏ, ਫਿਰ ਆਪਾਂ ਸਿਆਸਤ ਤੇ ਵੀ ਥੋੜੀ ਬਹੁਤੀ ਟਿੱਪਣੀ ਚਾਹਾਂਗੇ। ਬਾਲੀਵੁੱਡ ਦਾ ਤੁਸੀਂ ਜ਼ਿਕਰ ਕੀਤਾ, ਮੈਂ ਸਿਰਫ ਬਾਲੀਵੁੱਡ ਦੇ ਦੋਨਾਂ ਪੱਖਾਂ ਦਾ ਜ਼ਿਕਰ ਕਰਨਾ ਚਾਹੁੰਦਾ। ਬਾਲੀਵੁੱਡ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਹੀ ਸੀ ਕਿ ਐਲੀਟ ਕਲਾਸ ਹੁੰਦੀ ਹੈ ਇੱਕ, ਤੁਸੀਂ ਆਮ ਲੋਕ ਤੁਹਾਡੇ ਨਾਲ ਮਿਲਣਾ ਗਿਲਣਾ ਪਸੰਦ ਕਰਦੇ ਨੇ। ਇਦਾਂ ਕਿਉਂ ਹੈਗਾ ਕਿ ਬਾਲੀਵੁੱਡ ਦੇ ਜਿਹੜੇ ਕਲਾਕਾਰ ਨੇ ਜਦੋਂ ਕੋਈ ਲੋਕ ਲਹਿਰ ਹੋਵੇ ਜਾਂ ਲੋਕਾਂ ਦੇ ਹੱਕ ਦੀ ਗੱਲ ਹੋਵੇ ਤਾਂ ਉਧਰ ਨੂੰ ਪਿੱਟ ਕਰਕੇ ਖੜ ਜਾਂਦੇ ਨੇ? ਇਦਾਂ ਕਿਉਂ ਹੁੰਦਾ? ਬਹੁਤ ਗਿਣੇ ਚੁਣੇ ਲੋਕ ਨੇ। ਭਾਈ ਤੁਹਾਨੂੰ ਲੱਗਦਾ ਨਹੀਂ ਵੀ ਮਤਲਬ ਹੁਣ ਇੱਕ ਨਾਰਮਲ ਜੀ ਗੱਲ ਹੈ, ਸਰਕਾਰਾਂ ਹੁਣ ਬਾਲੀਵੁੱਡ ਪਤਾ ਨਹੀਂ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ, ਪਰ ਮੈਂ ਕਰਦਾ ਹਾਂ। ਬਾਲੀਵੁੱਡ ਦਾ ਹਰ ਬੰਦੇ ਤੇ ਕੋਈ 19 ਮਾੜਾ ਮੋਟਾ ਕੇਸ ਪਿਆ ਹੁੰਦਾ ਨਹੀਂ ਪੁਲਿਸ ਵੱਲੋਂ, ਜਾਂ ਕੋਈ 19 ਗਲਤੀ ਚਾਹੇ ਉਹਦੀ ਜਵਾਨੀ ਵੇਲੇ ਦੀ ਹੋਈ ਹੋਵੇ, ਚਾਹੇ ਉਹਦੇ ਤੋਂ ਕੋਈ ਅਣਜਾਣੇ 'ਚ ਹੋ ਗਈ ਹੋਵੇ ਜਾਂ ਕੁਛ ਹੋ ਗਿਆ ਹੋਵੇ, 19 ਚੀਜ਼ ਉਹਦੀ ਪਈ ਹੁੰਦੀ ਹੈ ਤਾਂ ਸਰਕਾਰ ਉਹਦਾ ਪੱਖ ਕਰਕੇ ਜਾਂ ਵਿੱਚ ਕੋਈ ਅੱਧੇ ਮੰਤਰੀ ਹੁੰਦੇ ਨੇ ਉਹਨੂੰ ਰੋਕ ਰੱਖਦੇ ਆ, ਚੱਲ ਕੋਈ ਨਹੀਂ ਅਸੀਂ ਤੈਨੂੰ ਬਚਾ ਲਾਂਗੇ। ਜੇ ਸਰਕਾਰ ਦੇ ਉਲਟ ਹੋ ਜਾਊਗਾ ਨਾ ਬੰਦਾ, ਉਹਦੀਆਂ ਪੁੱਛਾਂ ਚੁਕਾ ਦੇਣਗੇ, ਉਹ ਸਰਕਾਰ ਉਹਦੀਆਂ ਪੁੱਛਾਂ ਚੁਕਾ ਦੂਗੀ ਬੰਦੇ। ਕਮਜ਼ੋਰੀ ਫੜ ਛੱਡਦੇ ਸਿਆਸਤ ਵਾਂਗੂ ਫੜ ਕੇ ਰੱਖਦੇ ਆ, ਕਿਉਂਕਿ ਉਹ ਪਬਲਿਕ ਫਿਗਰਸ ਨੇ, ਦੇ ਹੈਵ ਟੂ ਸਪੋਰਟ ਦੀ ਪ੍ਰੈਜ਼ੈਂਟ ਗਵਰਨਮੈਂਟ। ਤੇ ਮੈਂ ਬਲੈਕ ਲਾਈਵਸ ਮੈਟਰ ਵੇਲੇ ਉੱਥੇ ਉਦੋਂ ਪੂਰਾ ਬਾਲੀਵੁੱਡ ਬੋਲਿਆ ਸੀ, ਲੈਣਾ ਕਿਆ, ਕਿਉਂਕਿ ਉਹ ਨੇ ਉਧਰ ਅਮਰੀਕਾ ਦਾ ਮਸਲਾ ਹੈ, ਸਾਰੇ ਬੋਲ ਰਹੇ ਸੀ ਬਲੈਕ ਲਾਈਵਸ ਮੈਟਰ ਵੇਲੇ ਸਾਰੇ। ਤੇ ਹੁਣ ਫਾਰਮਰਸ ਦਾ ਹੈਗਾ ਮਸਲਾ ਨਾ, ਤੇ ਸਾਨੂੰ ਕੋਈ ਚੱਕਰ ਨਹੀਂ ਕਿਉਂਕਿ ਅਸੀਂ ਸੱਚ ਦੇ ਨਾਲ ਹੈ, ਸਾਨੂੰ ਕੋਈ ਮਸਲਾ ਨਹੀਂ ਹੈ। ਤੇ ਹੁਣ ਬਾਲੀਵੁੱਡ ਦੇ ਵਿੱਚ ਵੀ 2-4-5 ਇਹ ਬੜੀ ਖੂਬਸੂਰਤ ਗੱਲ ਲੱਗੀ ਹੈ, ਮਤਲਬ ਇਹ ਸਿਫਤ ਹੋ ਰਹੀ ਹੈ। ਮੈਨੂੰ ਲੱਗਦਾ ਪੰਜਾਬੀ ਅਸੀਂ ਲੋਕ ਅਸੀਂ ਗਾਣੇ ਪੰਜਾਬੀ ਸੁਣਨਾ, ਪੰਜਾਬੀ ਨਿਕਲਦੀ ਯਾਰ ਪੰਜਾਬੀ ਗਾਣੇ ਤੋਂ ਬਿਨਾ ਕੋਈ ਫਿਲਮ ਨਹੀਂ, ਕੋਈ ਫਿਲਮ ਨਹੀਂ ਨਿਕਲਦੀ ਪੰਜਾਬੀ ਗਾਣੇ ਤੋਂ। ਗੱਲ ਕਰ ਰਹੇ ਵੀ ਅਸੀਂ ਵੀ ਕਈ ਵਾਰੀ ਆਲੋਚਨਾ ਕਰ ਦਿੰਦੇ ਸੀਗੇ ਕਿ ਫਿਲਮ ਚਾਹ ਵਾ ਜਾਂ ਇਸ ਤਰ੍ਹਾਂ ਦਾ ਗਨ ਕਲਚਰ ਪ੍ਰਮੋਟ ਹੋ ਰਿਹਾ ਦੂਜਾ ਤੀਜਾ, ਪਰ ਹੁਣ ਜਿਸ ਤਰ੍ਹਾਂ ਦਾ ਕੰਟਰੀਬਿਊਸ਼ਨ ਅਸੀਂ ਦੇਖਿਆ ਵੀ ਸਾਨੂੰ ਵੀ ਲੱਗਦਾ ਕਿ ਇਹ ਕਮਾਲ ਦੀ ਗੱਲ ਹੈਗੀ ਹੈ, ਕਿਉਂਕਿ ਤੁਸੀਂ ਯੂਥ ਆਈਕਨ ਹੈਗੇ ਹੋ ਸਾਰੇ ਜਣੇ। ਤੁਹਾਨੂੰ ਦੇਖ ਕੇ ਜਿਸ ਪੱਧਰ ਦੇ ਉੱਤੇ ਯੂਥ ਜੁੜਿਆ, ਇਹ ਕਿਸਾਨ ਜਥੇਬੰਦੀਆਂ ਦੇ ਐਜੀਟੇਸ਼ਨ ਅਸੀਂ ਕਿੰਨੇ ਸਾਲਾਂ ਤੋਂ ਕਵਰ ਕਰ ਰਹੇ ਹਾਂ, ਪਰ ਯੂਥ ਦੀ ਪਾਰਟਿਸਿਪੇਸ਼ਨ ਬੜੀ ਲਾਮਿਸਾਲ ਹੈ। ਦੱਸਾਂ ਬੇਸਿਕਲੀ ਐ ਹੁੰਦਾ ਨਾ, ਕਈ ਵਾਰੀ ਬੰਦਾ ਡਰ ਕੇ ਪਾਉਂਦਾ ਪੋਸਟ, ਮੇਰੇ ਅੱਗੇ ਨੂੰ ਡਰ ਲੱਗਿਆ ਵੀ ਆਦੇ ਨਾ ਭਾਈ ਲੋਕ ਮੈਨੂੰ ਗਾਲਾਂ ਕੱਢਣਗੇ, ਵੀ ਮੈਨੂੰ ਆਈ ਹੈਵ ਟੂ ਡੂ ਦੈਟ, ਆਈ ਹੈਵ ਟੂ ਦਿਸ, ਮੈਨੂੰ ਪਾਉਣੀ ਪੈਣੀ ਪੋਸਟ। ਉਹ ਨਹੀਂਗਾ ਵੀ ਆਪਾਂ ਫਾਰਮੈਲਿਟੀ ਸਮਝ ਕੇ ਕੋਈ ਨਹੀਂ ਪਾ ਰਿਹਾ, ਦਿਲੋਂ ਕਿਸੇ ਦੇ ਬੰਦੇ ਗੱਲ ਆਉਂਦੀਆਂ ਨੇ। ਦਿਹਾੜੀ ਦੀਆਂ ਭਾਜੀ 25-25 ਸਟੋਰੀਆਂ ਪਾਉਣੀਆਂ ਦਿਲੋਂ ਪੈਂਦੀਆਂ ਤਾਂ ਪੈਂਦੀਆਂ ਨੇ, 30-30 ਸਟੋਰੀਆਂ। ਇਹ ਫਾਰਮੈਲਿਟੀ ਕਰਨੀ ਹੋਊਗੀ ਤਾਂ ਮੈਂ 1 ਜਾਂ 2 ਪਾ ਦੂੰਗਾ, ਇਸ ਤੋਂ ਬਾਅਦ ਕੁਝ ਨਹੀਂ ਆਉਣਾ। ਜਾਂ ਮੈਂ ਪੋਸਟ 1 ਪਾ ਦੂੰਗਾ। ਹੁਣ ਅਸੀਂ 20-25 ਫੀਡਸ ਹਰੇਕ ਕਲਾਕਾਰ, ਕੱਲਾ ਮੈਂ ਨਹੀਂ,
ਤੇ ਹੱਕ ਬਣਦਾ ਭਾਜੀ ਹਰ ਬੰਦੇ ਦਾ ਦਿਹਾੜੀ ਦੀਆਂ 4-4 5-5 ਪੋਸਟਾਂ ਪਾਉਣਾ ਇੰਟਰਨੈਸ਼ਨਲ। ਮੈਂ ਤੁਹਾਨੂੰ ਬਾਈ ਵੈਸੇ ਇੱਕ ਜਨਰਲ ਸਵਾਲ ਪੁੱਛਣਾ ਚਾਹੁੰਦਾ ਦੋਨਾਂ ਨੂੰ, ਇਸ ਗੱਲ ਦਾ ਡਰ ਨਹੀਂ ਹੁੰਦਾ ਕਿਵੇਂ ਕਿ ਜਿਹੜਾ ਆਮ ਤੌਰ ਤੇ ਗੱਲ ਹੁੰਦੀ ਹੈ ਕਿ ਸੈਂਟਰਲ ਏਜੰਸੀਆਂ ਸੈਂਟਰ ਦੇ ਅੰਡਰ ਹੈ, ਕਿਤੇ ਉਹ ਨਾ ਹੋਵੇ ਵੀ ਇਹ ਕਰਾਂਗੇ। ਕਰੀ ਜਾਂਦੇ ਆ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਉੱਥੇ ਵੀ ਕਿਸਾਨਾਂ ਦੇ ਪੋਤੀ ਹੋਣਗੇ, ਜੇ ਬਾਰਡਰਾਂ ਤੇ ਖੜੇ ਆ ਉਹ ਵੀ ਕਿਸਾਨਾਂ ਦੇ ਪੁੱਤ ਨੇ ਤੇ ਉੱਥੇ ਵੀ ਕਿਸਾਨਾਂ ਦੇ ਪੋਤੀ ਨੇ ਵਿੱਚ ਬੰਦੇ ਜਿਹੜੇ ਆ 20-25 ਜਣਿਆਂ ਨੂੰ ਛੱਡ ਕੇ ਜਿਹੜੀਆਂ ਕਾਰਪੋਰੇਟ ਏਜੰਸੀਜ਼ ਨੇ ਵੱਡੀਆਂ, ਕਾਰਪੋਰੇਟ ਪਾਵਰਸ ਨੇ ਵੱਡੀਆਂ, ਤੇ ਜਿਹੜੇ ਮਤਲਬ ਜਿਹੜੇ ਪੋਲੀਟੀਕਲੀ ਜਿਹੜੇ ਸਟਰੋਂਗ ਹੋਲਡਸ ਨੇ ਆਪਣੇ ਇੰਡੀਆ ਦੇ ਵਿੱਚ ਲਾ ਲਓ ਤੁਸੀਂ, ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪਤਾ ਵੀ ਕਿਸਾਨ ਸੱਚੇ ਆ। ਬਈ ਇੱਕ ਗੱਲ ਮੈਂ ਸਿਆਸਤ ਨਾਲ ਜੋੜ ਕੇ ਵੀ ਹੁਣ ਪੁੱਛਣਾ ਚਾਹੁੰਦਾ, ਮੈਂ ਕੱਲ ਬੀਜੇਪੀ ਦੀ ਐਮਪੀ ਜਿਹੜੇ ਆ ਮੀਨਾਕਸ਼ੀ ਲੇਖੀ ਦਾ ਇੰਟਰਵਿਊ ਕਰ ਰਿਹਾ ਸੀਗਾ, ਉਹ ਕਹਿੰਦੇ ਜਿਹੜੇ ਧਰਨੇ ਤੇ ਬੈਠੇ ਲੋਕ ਨੇ ਇਹਨਾਂ ਦੇ ਬੱਚੇ ਬਾਹਰ ਗਏ ਹੋਏ ਆ, ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ, ਇੱਥੇ ਏਡੇ ਪੜ੍ਹੇ ਲਿਖੇ ਨਹੀਂ ਹੈਗੇ। ਇਹ ਮੈਂ ਇੱਕ ਦੇਖਿਆ, ਇੱਕ ਮੈਂ ਇੰਟਰਵਿਊ ਦੇਖੀ, ਮੁੰਡਾ ਸੈਨ ਫਰਾਂਸਿਸਕੋ ਤੋਂ ਆਇਆ ਹੋਇਆ, ਉਹ ਕਹਿੰਦੇ ਮੇਰੇ ਦਾਦਾ ਜੀ ਇੱਥੇ ਪ੍ਰੋਟੈਸਟ ਕਰਨ ਆਏ, ਮੈਂ ਉਹਨਾਂ ਨੂੰ ਆਇਆ ਹੋਇਆ ਮਿਲਣ। ਮਤਲਬ ਉਹ ਕਹਿੰਦੇ ਤੁਹਾਡੇ ਕੋਲ ਪੈਸਾ, ਤੁਸੀਂ ਕਿਸਾਨ ਹੀ ਨਹੀਂ ਹੈਗੇ, ਮਤਲਬ ਉਹ ਕਿਸਾਨਾਂ ਨੂੰ ਗਰੀਬ ਸਮਝਦੇ। ਯਾਰ ਮੈਂ ਹੈਰਾਨ ਆ। 1000 ਗੱਡੀ ਸੀ ਸੈਨ ਫਰਾਂਸਿਸਕੋ ਵਾਲੇ ਪੁਲ ਤੇ, ਐਸਐਫ ਵਾਲਾ ਜਿਹੜਾ ਪੁਲ ਹੈ ਅਮਰੀਕਾ ਦੇ ਵਿੱਚ, 1000 ਗੱਡੀ ਸਿੰਘਾਂ ਦੀ, ਤੇ ਉਦੋਂ ਮੁੜ ਕੇ ਤੁਸੀਂ ਸੈਂਟਰਲ ਲੰਡਨ ਸਾਰਾ ਜਾਮ, ਪੂਰਾ ਯੂਰਪ ਜਾਮ, ਪੂਰਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਮ, ਪੂਰਾ ਕੈਨੇਡਾ ਜਾਮ। ਭਾਜੀ ਉੱਤੇ ਕੱਖ ਨਹੀਂ ਹੋ ਸਕਦਾ। ਫਿਰ ਸਰਕਾਰ ਇਹ ਨੈਰੇਟਿਵ ਬਣਾਉਣਾ ਚਾਹੁੰਦੀ ਹੈ ਜਿਹੜਾ ਬਣ ਨਹੀਂ ਰਿਹਾ, ਚਾਹੇ ਉਹ ਖਾਲਿਸਤਾਨ ਦਾ ਨੈਰੇਟਿਵ ਬਣਾ ਲਓ, ਚਾਹੇ ਤੁਸੀਂ ਇਹ ਬਣਾ ਲਓ, ਚਾਹੇ ਤੁਸੀਂ ਇਹ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰੋ, ਤੇ ਰੱਜੇ ਪੁੱਜੇ ਲੋਕ ਨੇ, ਕਿਸਾਨ ਹੀ ਹੈ ਨਹੀਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉੱਥੇ ਤੁਸੀਂ ਜਾ ਕੇ ਬੀਜੇਪੀ ਦਾ ਕੋਈ ਲੀਡਰ ਕਿਉਂ ਨਹੀਂ ਦੇਖਦਾ ਕਿ ਟਰਾਲੀਆਂ ਦੇ ਵਿੱਚ ਬਜ਼ੁਰਗ ਕਿਵੇਂ ਰਹਿ ਰਹੇ ਨੇ, ਠੰਡ 'ਚ ਬਜ਼ੁਰਗ ਕਿਵੇਂ ਮਰ ਰਹੇ ਨੇ, ਕੋਈ ਇੱਕ ਵਾਰੀ ਵੀ ਬੀਜੇਪੀ ਦਾ ਲੀਡਰ ਦੇਖਣ ਆਇਆ? ਤੇ ਉਹ ਗੋਲਮੋਲ ਕਰ ਰਹੇ ਨੇ ਜਵਾਬ, ਕਹਿੰਦੇ ਉਹ ਕਿਸਾਨ ਹੀ ਹੈਗੇ ਨਹੀਂ, ਉਹ ਵਰਗਲਾਏ ਹੋਏ ਲੋਕ ਨੇ। ਵੀ ਹੁਣ ਇੰਟਰਨੈਟ ਇੰਨਾ ਫ੍ਰੀ ਕਰਿਆ ਹੋਇਆ, ਜੀਓ ਵਾਲਾ ਨਹੀਂ ਕਰਿਆ, ਅੰਬਾਨੀ ਨੂੰ ਪੁੱਛ ਲਓ ਜਾ ਕੇ ਕਿਉਂ ਕਰਿਆ, ਜੇ ਮਹਿੰਗਾ ਹੁੰਦਾ ਸੀ ਕਿਉਂ ਚਲਾਉਂਦੇ, ਸਾਨੂੰ ਹੁਣ ਦੇ ਰੱਖਿਆ ਅਸੀਂ ਤਾਂ ਤੁੱਕੀ ਮੇਲ ਲਾਂਗੇ। ਨਹੀਂ ਬਾਹਰ ਦਾ ਕਿਸਾਨਾਂ ਤੋਂ ਉਹਨਾਂ ਤੋਂ ਪੁੱਛੋ ਭਾਜੀ। ਮੈਨੂੰ ਲੱਗਦਾ ਆਪਣੀ ਕੌਮ ਥੋੜੀ ਜਵਾਕਾਂ ਨੂੰ ਲੈ ਕੇ ਸੀਰੀਅਸ ਵੀ ਥੋੜੀ ਜ਼ਿਆਦਾ ਹੁੰਦੀ ਹੈ ਨਾ, ਵੀ ਇਹ ਜੋ ਕਹਦੇ ਕੋਈ ਨਹੀਂ ਯਾਰ ਪੁੱਤ ਤੂੰ ਬਾਹਰ ਜਾਣਾ ਚੱਲ ਜਾ, ਮੈਂ ਔਖਾ ਸੌਖਾ ਆਪੇ ਖੇਤੀ ਕਰ ਲੂੰ, ਮੈਂ ਹੋਰ ਠੇਕੇ ਤੇ ਜ਼ਮੀਨ ਲੈ ਕੇ ਬਾਹਰ ਆਣਾ। ਇਹ ਪਰ ਇਹਨਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਹੀ ਇੱਥੇ ਤੱਕ ਲੈ ਕੇ ਆਈ ਆ, ਇਹਦਾ ਪਰਿਵਾਰ ਵੀ ਮੇਰਾ ਪਰਿਵਾਰ ਵੀ। ਹੁਣ ਇਹ ਨਾ ਪਿੱਛੇ ਜੇ ਕਰਨ ਲੱਗਿਆ, ਕਹਿੰਦਾ ਯਾਰ ਵੀ ਮੈਂ ਇਹਨਾਂ ਦੇ ਮਤਲਬ ਸਰਕਾਰੀ ਸੀਗੇ, ਮਤਲਬ ਦੋਨੇ ਮੰਮਾ ਪਾਪਾ ਇਹਦੇ ਸਰਕਾਰੀ ਨੌਕਰੀ ਤੇ ਸੀ, ਮੇਰੇ ਨਾਲ ਗੱਲ ਕਰਨ ਲੱਗਾ ਸਾਲ ਕੁ ਪਹਿਲਾਂ, ਯਾਰ ਮੈਂ ਥੋੜੀ ਜ਼ਮੀਨ ਲੈਣਾ। ਮੈਂ ਕਿਹਾ ਪੁੱਤਰ ਛੱਡ ਪਰੇ, ਵੀ ਕੋਈ ਚੱਕਰ ਵਾਲੀ ਗੱਲ ਨਹੀਂ, ਤੂੰ ਬਾਹਰ ਤੋਰੇ ਫਿਰੇ ਤੇ ਰਹਿਣਾ ਹੈ, ਵੀ ਉਹਨਾਂ ਨੂੰ ਕਿੱਥੇ ਤੂੰ ਜਿਵੇਂ ਉਹ ਖੁਸ਼ ਰਹਿਣਾ, ਤੂੰ ਕੱਲਾ ਹੈ, ਕੱਲਾ ਹੀ ਹੈ ਭੈਣਾ, ਮਤਲਬ ਬਾਹਰ ਨਹੀਂ ਦੋਏ। ਤੇ ਮੈਂ ਕਿਹਾ ਤੂੰ ਕੱਲਾ ਹੀ ਆ, ਬੇਬੇ ਆਪਾਂ ਨੂੰ ਇੱਥੇ ਸੱਦ ਲੈਣਾ ਵੀ ਖੇਤੀ ਵਾਲੇ ਵਾਲੇ ਉਹਨਾਂ ਨੂੰ ਨਾ ਪਾ ਅਜੇ, ਰਾਈਟ। ਤੇ ਮੈਨੂੰ ਕਹਿੰਦਾ ਵੀ ਚੱਲ ਤੇਰੇ ਵਾਲੇ ਵੀ ਲੱਗੇ ਹੋਏ। ਮੈਂ ਕਿਹਾ ਯਾਰ ਮੇਰੇ ਡੈਡੀ ਤਾਂ ਚੱਲ ਉੱਥੇ ਲੱਗਿਆ ਹੋਇਆ ਸ਼ੁਰੂ ਤੋਂ ਹੀ ਲੱਗ ਰਿਹਾ, ਤੇ ਮੈਂ ਕਿਹਾ ਮੇਰਾ ਉਹਦਾ ਜੀ ਆ ਬਾਪੂ ਦਾ, ਵੀ ਆਪਦਾ ਤੂੰ ਬਾਈ ਚੱਲ ਖੇਤੀ ਕਰ। ਮੈਂ ਕਿਹਾ ਡੈਡੀ ਕੋਈ ਚੱਕਰ ਵਾਲੀ ਗੱਲ ਨਹੀਂ, ਤੁਸੀਂ ਜੀ ਸਦਕੇ ਕਰੋ, ਕੋਈ ਮਸਲਾ ਨਹੀਂਗਾ। ਤੇ ਉਦੋਂ ਮੁੜ ਕੇ ਫਿਰ ਆ ਗੱਲ ਵਿੱਚ ਆ ਗਈ। ਉਦੋਂ ਕਹਿੰਦਾ ਵੀ ਡੈਡੀ ਨੂੰ ਪੁੱਛਿਆ, ਮੈਂ ਡੈਡੀ ਧਰਨੇ ਤੇ ਤੁਸੀਂ ਜਾਣਾ ਕਿ ਨਹੀਂ, ਤੇ ਡੈਡੀ ਕਹਿੰਦੇ ਵੀ ਹਾਂ ਪੁੱਤ ਜਾਣਾ ਹੀ ਜਾਣਾ, ਨਾਲ ਆਇਆ। ਤੇ ਉਸ ਤੋਂ ਬਾਅਦ ਚ ਵੱਡਾ ਭਾਈ ਉਦੋਂ ਪਹਿਲਾਂ ਨਾਲ ਸਟਾਰਟਿੰਗ ਦੇ ਵਿੱਚ ਇੱਕ ਦੀ ਚੱਲ ਮਾੜੀ ਮੋਟੀ ਜਿੰਨਾ ਮੈਨੂੰ ਪੋ ਗਿਆ, ਮੈਂ ਕਿਹਾ ਤੂੰ ਤੁਰ ਕੇ ਆ ਜਾ ਕੇ। ਮੱਖਣ ਨੂੰ ਨਹੀਂ ਇੱਥੇ ਸਾਡਾ ਸ਼ੂਟ ਚੱਲਦਾ ਸੀਗਾ, ਵੀ ਮੈਂ ਹਾਜ਼ਰੀ ਬੈਕ ਟੂ ਬੈਕ ਲਵਾਉਂਦਾ ਰਿਹਾ ਕਿਸੇ ਵੀ ਤਰੀਕੇ। ਤੇ ਬਾਕੀ ਅਸੀਂ ਜੇ ਮੈਂ ਇੱਥੇ ਅੱਜ ਪਹੁੰਚਿਆ ਇਸ ਮਤਲਬ ਕਲਾਕਾਰ ਇਸ ਤੱਕ ਬਣਿਆ, ਤੇ ਡੈਡੀ 5 ਲੱਖ ਰੁਪਏ ਆੜ੍ਹਤੀ ਤੋਂ ਫੜ ਕੇ ਲਿਆਇਆ ਸੀ ਸਟਾਰਟਿੰਗ ਦੇ ਵਿੱਚ ਜਾ ਕੇ, ਤੇ ਉਹ ਖੇਤੀਬਾੜੀ ਨਾਲ ਹੀ ਮੋੜਨਾ ਸੀ। ਉਂਗਲਾ ਟਰਾਲੇ ਚੱਲਦੇ ਸੀ, ਤੇ ਉਹ ਖੇਤੀਬਾੜੀ ਹੀ ਸਾਨੂੰ ਜਿਹੜੇ ਮੇਰੇ 6-7 ਕਿੱਲੇ ਮੈਨੂੰ ਆਉਂਦੇ ਸੀਗੇ, ਉਹਨਾਂ ਨੇ ਅਕਾਲ ਪੁਰਖ ਨੇ ਇਹੋ ਜਿਹੀ ਕਿਰਪਾ ਕੀਤੀ, ਉਹਨਾਂ 7-8 ਕਿੱਲਿਆਂ ਦੀ ਕਮਾਈ ਨੇ, ਕਿਸਾਨੀ ਦੀ ਕਮਾਈ ਨੇ ਮੈਨੂੰ ਇੱਥੇ ਤੱਕ ਲਿਆਤਾ। ਤੇ ਸਾਰੇ ਕਲਾਕਾਰ ਤੇ ਵੱਡੇ ਵੱਡੇ ਡਾਕਟਰ ਇੰਜੀਨੀਅਰਸ ਜੇ ਬਣੇ ਆ ਨਾ ਇੰਡੀਆ ਦਾ, ਜੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਵੱਡੇ ਪੱਧਰ ਤੇ, ਜਿਹੜੇ ਪਿੰਡੂ ਪੱਧਰ ਨਾਲ ਸੰਬੰਧ ਰੱਖਦੇ ਆ ਜਾਂ ਕੁਝ ਕਰਦੇ ਆ ਭਾਜੀ, ਉਹ ਸਿਰਫ ਤੇ ਸਿਰਫ ਕਿਸਾਨੀ ਕਰਕੇ। ਬਈ ਦੂਜੀ ਗੱਲ, ਜਿਹੜੇ ਦੂਜਾ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਦੋ ਕਿਸਮ ਦੀਆਂ ਗੱਲਾਂ ਹੋਈਆਂ। ਇੱਕ ਜਿਹੜਾ ਸਰਕਾਰੀ ਤੰਤਰ ਨੇ ਕੀਤੀ ਜਾਂ ਸਰਕਾਰੀ ਸੋ ਕਾਲਡ ਸਰਕਾਰੀ ਮੀਡੀਆ ਨੇ ਕੀਤੀ ਕਿ ਇਸ ਨੂੰ ਖਾਲਿਸਤਾਨੀ ਰੰਗ ਦੇ ਦਿਓ, ਉਹ ਉਸ ਚੀਜ਼ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ? ਔਰ ਜਿਸ ਤਰ੍ਹਾਂ ਦਾ ਬਾਲੀਵੁੱਡ ਦੇ ਵਿੱਚੋਂ ਕਮੈਂਟ ਆਇਆ ਕੰਗਨਾ ਦਾ, ਮੈਂ ਉਸ ਤੋਂ ਲੈ ਕੇ ਵੀ ਤੁਹਾਨੂੰ ਪੁੱਛਣਾ ਚਾਹਨਾ ਕਿ ਉਹਨੂੰ ਲੈ ਕੇ ਤੁਸੀਂ ਕੀ ਸੋਚਦੇ? ਮੈਂ ਖੱਟੀ ਵਧੀਆ ਸੋਹਣੀ ਟੀ-ਸ਼ਰਟ ਪਾਈ ਔਰੇਂਜ ਕਲਰ ਦੀ, ਮੈਂ ਹੁਣ ਐਵੇਂ ਤੁਹਾਨੂੰ ਕਹਿਣਾ ਵੀ ਉਹ ਚਿੱਕੜ 'ਚ ਛਾਲ ਮਾਰਦਾ, ਮੈਂ ਲੀੜੇ ਲਪੇੜਦਾ ਆਪਣੇ, ਕਾਹਦੇ ਲਈ ਛੱਡੋ ਪਰ ਉਦੋਂ ਭਾਜੀ ਉਹਦੀ ਸੋਚ ਤੇ ਅਸੀਂ ਆਪਣੀ ਪ੍ਰਤੀਕਿਰਿਆ ਨਹੀਂ ਦੇ ਸਕਦੇ ਵਾਰ-ਵਾਰ, ਉਹਦੀ ਸੋਚ ਦਾ ਹੀ ਮੁਕਾਬਲਾ ਨਹੀਂਗਾ, ਤੇ ਉਹਦੇ ਕੋਲ ਖੜਨਾ ਹੀ ਉਹਦੇ ਫਿਰ ਗੱਲ ਕਰਨੀ ਮਤਲਬ ਆਪਣਾ ਨਹੀਂ। ਉਹ ਯਾਰ ਕਿੱਥੇ ਸਾਡੀਆਂ ਬੇਬਿਆਂ ਦਾ ਮੁਕਾਬਲਾ ਕਰੂਗੀ? ਮੈਂ ਤਾਂ ਅੱਜ ਸੋਚੀ ਜਾਂਦਾ ਸੀ, ਮੈਂ ਕਿਹਾ ਜਿੰਨੇ ਜਣੇ ਬਿਆਨ ਦੇਈ ਜਾਂਦੇ ਨੇ ਵੀ ਤੈਨੂੰ 1000 ਰੁਪਇਆ ਮੈਂ ਦਊਂ, 100 ਰੁਪਇਆ ਮੈਂ ਦਊਂ, ਮੈਂ ਕਿਹਾ ਉਹ ਤੋਂ ਕਰੋੜ 1.5 ਕਰੋੜ ਇਕੱਠਾ ਹੋ ਜਾਓ, ਆ ਵੀ ਜਾਵੇ ਧਰਨੇ ਤੇ ਲਿਆਓ ਭਾਈ, ਕਿਤੇ ਨਹੀਂ ਲਾ ਲੈ ਜਾਏ, ਲੱਖ ਰੁਪਇਆ ਦਊਂਗੀ, ਮੇਰੇ ਵਰਗਾ ਕਹਿੰਦਾ ਵੀ ਆ ਲੱਖ ਮੈਂ ਦੇਊਂਗਾ, ਨਾਲ ਕੋਈ ਸੱਜਣ ਮਿੱਤਰ ਹੋਰ ਕਹਿੰਦੇ ਹਾਂ। ਤੇ ਉਹ ਮੈਂ ਕਹਿੰਦਾ ਜੇ ਉਹ ਆ ਗਈ, ਉਹ ਤਾਂ ਜੇ ਕਰੋੜ ਰੁਪਏ ਨੂੰ ਕਹਿੰਦਾ ਤੈਨੂੰ ਕਰੋੜ ਰੁਪਏ ਇਕੱਠਾ, ਉਹ ਆ ਵੀ ਜਾਊਗੀ ਇੱਥੇ ਧਰਨੇ ਤੇ, ਪਰ ਐ ਨਹੀਂ ਪਤਾ ਖੱਲੀਆਂ ਪੈ ਜਾਣਗੀਆਂ, ਪੈਰਾਂ ਭਰ ਲੋ ਤੇ ਬਹਿਣਾ ਸਖਾਲਾ ਨਹੀਂ ਹੈ, ਆਤਣ ਦੀ ਰੋਟੀਆਂ ਲਾਈ ਜਾਣਗੇ, ਲਾ ਪਰਾਲੀ ਦੀ ਰੁੱਗ। ਪਰ ਦੂਜਾ ਜਿਹੜਾ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਖਾਲਿਸਤਾਨੀ ਹੈ, ਐਂਟੀ ਨੈਸ਼ਨਲ ਹੈਗਾ, ਉਹਨੂੰ ਲੈ ਕੇ, ਕਿਉਂਕਿ ਇਹ ਬੜਾ ਗੰਭੀਰ ਮਸਲਾ ਹੈਗਾ ਸੀ, ਉਹਦਾ ਇਫੈਕਟ ਇੰਟਰਨੈਸ਼ਨਲ ਪੱਧਰ ਤੱਕ ਜਾ ਸਕਦਾ ਸੀ, ਪਰ ਉਹ ਚੰਗਾ ਰਹਿ ਗਿਆ ਧਰਨੇ ਦੇ ਲਈ, ਉਹ ਬਣਿਆ ਨਹੀਂ। ਜਿੰਨਾ ਚਿਰ ਸਿਰ ਤੇ ਪੱਗਾਂ ਨੇ ਨਾ, ਇਹ ਲੋਕ ਇਹ ਕੁਝ ਕਹਿੰਦੇ ਹੀ ਰਹਿਣਗੇ, ਤੇ ਇਹ ਐਂ ਹੀ ਰਹਿਣਗੀਆਂ, ਕਰਨਾ ਹੀ ਕਰਨਾ। ਕੋਈ ਮੰਗ ਮੰਗੀਏ ਇਹਨਾਂ ਨੇ ਧਰਮ ਵਿੱਚ ਲੈ ਕੇ ਆਉਣਾ, ਤੇ ਉਹਨਾਂ ਨੂੰ ਪਤਾ ਵੀ ਸੌਫਟ ਕਾਰਨਰ ਹੈ, ਜੇ ਕਿਸੇ ਬੰਦੇ ਤੋਂ ਵੀ ਇਹ ਚੀਜ਼ ਪੁੱਛੀ ਜਾਊਗੀ ਸਿੱਧਾ ਉਹਨੇ ਅਪੋਜ਼ ਨਹੀਂ ਕਰਨਾ ਉਸ ਚੀਜ਼ ਨੂੰ ਲੈ ਕੇ। ਉਹ ਸਾਹਮਣੇ ਵਾਲਾ ਬੰਦਾ ਵੀ ਡਰਦਾ ਹੈ ਇਸ ਚੀਜ਼ ਤੇ, ਸੈਂਸਿਟਿਵ ਟਾਪਿਕ ਆ, ਹਰ ਬੰਦੇ ਨੂੰ ਗੱਲ ਕਰਨੀ। ਦਿਖਾਇਆ ਤੁਸੀਂ
ਇਹਨਾਂ ਨੇ ਖਾਲਿਸਤਾਨ ਕਿਹਾ, ਖਾਲਿਸਤਾਨੀ ਨੇ ਖਾਲਿਸਤਾਨੀ, ਪਰ ਤੁਸੀਂ ਦਿਖਾਇਆ ਜੋ ਲੰਗਰ ਖਵਾ ਰਹੇ ਉਹੀ ਪੁਲਿਸ ਵਾਲਿਆਂ ਨੂੰ। ਸੱਚ ਜਿਹੜਾ ਸੱਚ ਹੈ ਨਾ ਯਾਰ, ਸੱਚ ਤਾਂ ਸੱਚ ਹੈ ਨਾ। ਅਕਾਲ ਪੁਰਖ ਨੇ ਕਿਰਪਾ ਕਰੀ ਹੈ ਤੇ ਉਦੋਂ ਜਿਹੜੀ 20 ਰੁਪਈਆਂ ਦੀ ਐਫਡੀ ਕਰਾਈ ਵੀ ਗੁਰੂ ਨਾਨਕ ਦੇਵ ਜੀ ਦੀ ਇੱਥੇ ਤਾਂ ਹੀ ਚੱਲੀ ਜਾਂਦੀ ਹੈ। ਸਭ ਤੋਂ ਵੱਡੀ ਗੱਲ ਭਾਜੀ, ਇਹ ਕਿਸੇ ਵੀ ਧਰਮ ਦੀ ਲੜਾਈ ਨਹੀਂ, ਨਾ ਇਹ ਸਿੱਖ ਦੀ, ਨਾ ਹਿੰਦੂ ਦੀ, ਨਾ ਮੁਸਲਮਾਨ ਦੀ, ਨਾ ਈਸਾਈ ਦੀ, ਨਾ ਬੁੱਧੀ ਦੀ, ਨਾ ਜੈਨੀ ਦੀ। ਸਭ ਤੋਂ ਵੱਡੀ ਚੀਜ਼ ਆ ਭਾਜੀ ਇਨਸਾਨੀਅਤ। ਇਨਸਾਨੀਅਤ ਉੱਤੇ ਕੱਖ ਨਹੀਂਗਾ। ਇਨਸਾਨੀਅਤ, ਗੁਰੂ ਨਾਨਕ ਦੇਵ ਜੀ ਨੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਖਿਆ ਸੀਗਾ। ਤੇ ਫਿਰ ਉਸ ਤੋਂ ਬਾਅਦ ਦੋਨੇ ਤਰੀਕਾਂ ਨੇ। ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਹ ਮਤਲਬ ਸਿਧਾਂਤ ਸੀਗੇ ਜਾਂ ਜਿਹੜੀ ਸਿੱਖਿਆ ਸੀਗੀ ਉਹ ਵੀ ਚੱਲ ਸਕਦੇ ਆ, ਤੇ ਉਸ ਤੋਂ ਬਾਅਦ ਗੁਰੂ ਕੇ ਲਾਡਲੀਆਂ ਫੌਜਾਂ ਵੀ ਖੜੀਆਂ। ਮੇਰੇ ਹਿਸਾਬ ਨਾਲ 8-10 ਹਜ਼ਾਰ ਘੋੜਾ ਵੀ ਖੜਾ, ਤੇ ਉਹ ਪਤਾ ਨਹੀਂ ਲੱਗਣਾ। ਜੈਕਾਰਾ ਲਾ ਕੇ ਬੋਲੇ ਸੋ ਨਾਲ ਸਤਿ ਸ਼੍ਰੀ ਅਕਾਲ ਕਹਿ ਕੇ ਕਿੱਧਰ ਨੂੰ ਜਾਣਾ। ਸਾਈਂ ਮੈਂ ਬੇਨਤੀ ਕਰਦਾ ਸਾਰੀ ਸਰਕਾਰ ਨੂੰ, ਇਹਨੂੰ ਮਤਲਬ ਜਾਂ ਕੋਈ ਚੇਤਾਵਨੀ ਆ ਕੱਖ ਨਹੀਂ, ਬੇਨਤੀ ਦੋਨੇ ਹੱਥ ਬੰਨ੍ਹ ਕੇ ਵੀ ਪਲੀਜ਼ ਇਹਨੂੰ ਐਸ ਸੂਨ ਐਸ ਪੋਸੀਬਲ ਜਿਹੜੀ ਚੀਜ਼ ਆ ਇਹਨੂੰ ਸੌਰਟਡ ਕਰੋ। ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਇੱਥੇ ਬੈਠੀਆਂ, ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਹੜੀ ਚੀਜ਼ ਤੁਸੀਂ ਸਾਨੂੰ ਦੇਣ ਨੂੰ ਫਿਰਦੇ ਹੋ ਸਾਨੂੰ ਨਹੀਂ ਚਾਹੀਦੀ। ਵੀ ਡੋਂਟ ਵਾਂਟ। ਪਰ ਐਮੀ ਬਾਈ ਤੁਹਾਨੂੰ ਨੀਅਤ ਕੀ ਲੱਗਦੀ ਹੈ? ਮੈਂ ਤੁਹਾਨੂੰ ਦੋ ਚੀਜ਼ਾਂ ਦੱਸ ਰਿਹਾ ਲਗਾਤਾਰ ਚੱਲ ਰਹੀਆਂ। ਇੱਕ ਪਾਸੇ ਗੱਲਬਾਤ ਲਈ ਬੁਲਾਇਆ ਜਾ ਰਿਹਾ, ਗੱਲਬਾਤ ਕਿਸੇ ਸਿਰੇ ਨਹੀਂ ਲੱਗ ਰਹੀ। ਸਰਕਾਰ ਉਹੀ ਕਹਿ ਦਿੰਦੀ ਕਿ ਅਸੀਂ ਅਮੈਂਡਮੈਂਟ ਕਰਨਾ, ਬਿੱਲ ਰੱਦ ਨਹੀਂ ਕਰਨੇ। ਦੂਸਰੇ ਪਾਸੇ ਦਿੱਲੀ ਦੇ ਤੁਸੀਂ ਘੁੰਮਦੇ ਹੋ, ਆਲੇ ਦੁਆਲੇ ਦੇ ਜਿੰਨੇ ਬਾਰਡਰ ਹੈਗੇ ਸਾਰੇ ਤੇ ਜਗ੍ਹਾ ਤੇ ਸਿਕਿਉਰਿਟੀ ਵੱਧ ਰਹੀ ਆ, ਬੈਰੀਕੇਡ ਵੱਧ ਰਹੇ ਨੇ, ਮਿੱਟੀ ਦੇ ਭਰ ਕੇ ਕੈਂਟਰ ਲਾਏ ਜਾ ਰਹੇ ਨੇ। ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਸਮਝ ਕਿਵੇਂ ਰਹੇ ਹੋ? ਇੰਟਰਨੈਸ਼ਨਲ ਪੱਧਰ ਤੇ ਬਹੁਤ ਥੂ ਹੋ ਗਈ ਆ। ਤੁਹਾਨੂੰ ਲੱਗਦਾ ਵੀ ਹੁਣ ਇੱਥੇ ਕੋਈ ਨੀਕੀ ਚੀਜ਼ ਹੋ ਗਈ ਤੇ ਜਿੰਨੀ ਆਪਣੇ ਵਾਲਿਆਂ ਦੀ ਅਣਖ ਹੈ ਵੀ ਇਹ ਪਿੱਛੇ ਮੁੜ ਜਾਣਗੇ ਬਿਨਾਂ ਮਰੇ, ਬਿਨਾਂ ਹੱਕ ਲਏ, ਬਿਨਾਂ ਮਰੇ। ਜੇ ਹੱਕ ਨਾ ਦਿੱਤੇ ਮਰਾਂਗੇ, ਤੇ ਬਿਨਾਂ ਮਰੇ ਆਪਣੇ ਵਾਲੇ ਵਾਪਸ ਜਾ ਵੜਨਗੇ। ਤੇ ਇੰਟਰਨੈਸ਼ਨਲ ਪੱਧਰ ਤੇ ਹਾਲ ਕੀ ਹੋ ਜਾਊਗਾ? ਟਰੂਡੋ ਦੇ ਤੁਸੀਂ ਬਿਆਨ ਸੁਣੇ ਹੋਣਗੇ ਨਾ ਵੀ ਜੇ 19-21 ਅੱਧੇ% ਦਾ ਵੀ ਜਾਨੀ ਵਾਲੀ ਨੁਕਸਾਨ ਹੁੰਦਾ ਹੈ ਵੀ ਕੈਨੇਡਾ ਨਾਲ ਇੰਡੀਆ ਦਾ ਰਿਲੇਸ਼ਨ ਖਤਮ ਹੈ, ਅਸੀਂ ਵੜਨ ਨਹੀਂ ਦਿੰਦੇ ਤੁਹਾਨੂੰ ਕੈਨੇਡਾ ਦੇ ਵਿੱਚ। ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਡਾਇਲੌਗ ਦੇ ਵਿੱਚ ਯਕੀਨ ਰੱਖਣ ਵਾਲਾ ਦੇਸ਼, ਔਰ ਡਾਇਲੌਗ ਚੱਲਦਾ ਰਹਿਣਾ ਚਾਹੀਦਾ। ਔਰ ਇਹ ਬੜੀ ਵੱਡੀ ਗੱਲ ਹੈ ਕਿ ਕਿਸਾਨਾਂ ਦਾ ਐਜੀਟੇਸ਼ਨ UNO ਦੇ ਵਿੱਚ ਡਿਸਕਸ ਹੋ ਜੇ। ਓਬਵੀਅਸਲੀ ਹੋਣਾ ਹੀ ਹੋਣਾ ਹੈ, UNO ਦੇ ਵਿੱਚ ਹੋਣਾ ਹੀ ਹੋਣਾ ਭਾਜੀ। 19-21 ਚੀਜ਼ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਬਹੁਤ ਘੈਂਟ ਪ੍ਰੋਟੈਸਟ ਭਾਜੀ ਐਮਬੈਸੀਜ਼ ਦੇ ਅੱਗੇ ਜਾ ਕੇ ਲੋਕ ਖੜ ਰਹੇ ਨੇ ਇੰਟਰਨੈਸ਼ਨਲ ਲੈਵਲ ਤੇ। ਜਿਹੜੇ ਤੁਹਾਨੂੰ ਕਿਹਾ ਵੀ NBA ਵਾਲੇ ਜਿਹੜੇ ਬੰਦੇ ਨੇ ਉਹ ਪਾਉਂਦੇ ਪਏ ਆ, ਤਾਂ ਇੰਟਰਨੈਸ਼ਨਲ ਲੈਵਲ ਤੇ ਗੱਲ ਪਹੁੰਚ ਗਈ ਹੈ। ਟਵਿੱਟਰ ਵੀ ਭਾਜੀ ਨਿਊਜ਼ ਪਹੁੰਚਾਉਣ ਵਾਲਾ ਜ਼ਰੀਆ ਹੀ ਹੈ। ਚਾਹੇ ਆਪਾਂ ਨੂੰ ਜਿਹੜਾ ਨੈਸ਼ਨਲ ਮੀਡੀਆ ਆਪਣਾ ਨਹੀਂ ਸਾਥ ਦੇਈ ਜਾਂਦਾ ਨਾ, कौन है ये जस्टिन ट्रूडो, उसको क्या मतलब हमारे देश के ਬਿਆਨ ਦੇਈ ਜਾਂਦੇ ਆ, ਕਹਿੰਦੇ ਆਪਦੇ ਦੇਸ਼ ਤੇ ਧਿਆਨ ਰੱਖ। ਸਾਡੇ ਲੈ ਦੱਸ ਉਹ ਕਮਲੇ ਉਹ ਕਿੱਥੇ ਤਾਈਂ। ਹਾਂ, ਤੇ ਪੜ੍ਹਿਆ ਲਿਖਿਆ ਬੰਦਾ ਹੈ। ਮਤਲਬ ਐ ਨਹੀਂਗਾ ਵੀ ਕੋਲੇ ਸਿੰਘਾਂ ਸਪੋਰਟ ਕਰਦਾ, ਆਪਦੇ ਉੱਥੇ ਗੋਰੇ ਵੀ ਤਾਂ ਹੈਗੇ ਆ। ਤੇ ਸਾਰੇ ਰਲ ਮਿਲ ਕੇ ਕਿੰਨਾ ਸੋਹਣਾ ਦੇਸ਼ ਹੈ ਕੈਨੇਡਾ। ਟਰੂਡੋ ਦੀ ਕੈਬਨਿਟ ਦੇ ਵਿੱਚ ਜਿੰਨੇ ਪੰਜਾਬੀ ਇੱਥੇ ਦੀ ਕੈਬਨਿਟ 'ਚ ਤੇ ਆਏ ਨਹੀਂ ਕਦੇ ਵੀ। ਜੀ ਇੱਥੇ ਤਾਂ ਆਉਣੇ ਨਹੀਂ ਦਿੰਦੇ ਇਹ। ਦੂਸਰੀ ਗੱਲ ਬਾਈ, ਆਮ ਤੌਰ ਤੇ ਜਿੰਨੇ ਸੰਘਰਸ਼ ਹੁੰਦੇ, ਮੇਰੇ ਆਖਰੀ 1-2 ਸਵਾਲ ਹੈਗੇ ਨੇ, ਜਿੰਨੇ ਵੀ ਸੰਘਰਸ਼ ਹੁੰਦੇ ਨੇ ਇਸ ਪੱਧਰ ਦਾ ਸੰਘਰਸ਼ ਅਸੀਂ ਵੀ ਆਪਣੀ ਲਾਈਫ ਦੇ ਵਿੱਚ ਹੁਣ ਦੇਖ ਰਹੇ, ਪਤਾ ਨਹੀਂ ਦੁਬਾਰਾ ਕਦੇ ਕਿਤੇ ਹੋਰ ਦੇਖਿਆ ਜਾਂ ਪੜ੍ਹੇ ਨੇ, ਔਰ ਨਾ ਹੀ ਅਸੀਂ ਚਾਹੁੰਦੇ ਵੀ ਕਦੇ ਜ਼ਰੂਰਤ ਪਵੇ ਨਾ। ਕਿਹਾ ਜਾਂਦਾ ਕਿ ਹਰ ਸੰਘਰਸ਼ ਦੇ ਵਿੱਚੋਂ ਇੱਕ ਨਵੀਂ ਲੀਡਰਸ਼ਿਪ ਨਿਕਲਦੀ ਹੈ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਯੂਥ ਦੀ ਇਨਵੋਲਵਮੈਂਟ ਜਿੰਨੀ ਇਸ ਸੰਘਰਸ਼ ਦੇ ਵਿੱਚ ਹੈਗੀ ਹੋਣਾ ਚਾਹੀਦਾ, ਡੈਫੀਨਿਟਲੀ ਹੋਣਾ ਚਾਹੀਦਾ। ਵੀ ਬਸ ਐ ਆ ਵੀ ਮੈਨੂੰ ਲੱਗਦਾ ਨਹੀਂ ਪਹਿਲਾਂ ਹੁੰਦਾ ਸੀ ਨਾ ਆਪਣਾ ਕੋਈ ਕਿਸੇ ਕਲਾਕਾਰ ਦਾ ਅੱਜ ਮੁੱਦਾ, ਜਿਵੇਂ ਪਿਛਲੇ ਸਾਲ ਸਤੰਬਰ ਦੇ ਵਿੱਚ ਕਿਸੇ ਦਾ ਮੁੱਦਾ ਸ਼ੁਰੂ ਹੋ ਗਿਆ, ਹਫ਼ਤੇ ਬਾਅਦ ਭੁੱਲਿਆ, ਨਵਾਂ ਕਲਾਕਾਰ ਫੜ ਲਿਆ, ਹਫ਼ਤੇ ਬਾਅਦ ਭੁੱਲਿਆ, ਕੋਈ ਹੋਰ ਇਸ਼ੂ ਹੋ ਗਿਆ, ਵੀ ਆਪਾਂ ਸ਼ਾਰਟ ਮੈਮਰੀ ਕਰਕੇ ਐ ਚੀਜ਼ਾਂ ਨਿਬੜ ਗਈਆਂ ਕੁਛ ਨਵਾਂ ਆ ਗਿਆ। ਪਰ ਜਿਸ ਤੱਕ ਮੈਨੂੰ ਲੱਗਦਾ ਨਾ 2022 ਤਾਈਂ ਲੋਕਾਂ ਨੇ ਆਹ ਧਰਨਾ ਨਹੀਂ ਭੁੱਲਣਾ। ਤੇ ਮੈਂ ਕਹਿੰਦਾ ਅਕਾਲ ਪੁਰਖ ਕਿਰਪਾ ਕਰੇ ਤੇ ਭੁੱਲਣਾ ਵੀ ਨਹੀਂ ਚਾਹੀਦਾ, ਤੇ ਪਿੰਡਾਂ ਦੇ ਬਾਹਰ ਫੱਟੇ ਲੱਗਣੇ ਚਾਹੀਦਾ। ਤੁਹਾਨੂੰ ਪਤਾ ਵੀ ਆਪਣੇ ਨਾਲ ਅੱਜ ਕੌਣ ਖਲੋਤਾ ਹੈ ਤੇ ਕੌਣ ਗਾਂ ਖਲੋਊਗਾ। ਮੈਂ ਤਾਂ ਕਹਿੰਦਾ ਵੀ ਜਿਹੜਾ ਕਲਾਕਾਰ ਵੀ ਨਹੀਂ ਆਇਆ ਉਹਨੂੰ ਵੀ ਤੁਸੀਂ ਮਤਲਬ ਗੇੜਾ ਦੇ ਕੇ ਲੈ ਕੇ ਆਉਣਾ ਉਸ ਚੀਜ਼ ਤੇ, ਜਿਹੜਾ ਆਪਾਂ ਤੁਹਾਨੂੰ ਪਤਾ ਵੀ ਦਿਲੋਂ ਜਿਹੜਾ ਆਪਣੀ ਨਹੀਂ ਸਪੋਰਟ ਕਰਦਾ ਪਿਆ। ਤੁਹਾਨੂੰ ਵੀ ਪਤਾ ਹੈ ਵੀ ਜਿਹੜੇ ਫਾਰਮੈਲਿਟੀ ਕਰਦੇ ਆ, ਤੁਹਾਨੂੰ ਵੀ ਪਤਾ ਜਿਹੜੇ ਦਿਲੋਂ ਖੜੇ ਆ। ਬੇਝਿਜਕ ਹੋ ਕੇ ਤੁਸੀਂ ਸਤਿਕਾਰ ਕਰੋ ਸਾਰਿਆਂ ਦਾ। ਅਕਾਲ ਪੁਰਖ ਮਿਹਰ ਕਰੇ, ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੀਏ। ਮੈਂ ਇਹ ਗੱਲ ਕਹਿੰਦਾ ਹੁੰਦਾ, ਮਤਲਬ ਲਗਾਤਾਰ ਇੱਥੇ ਗੱਲ ਮੁੱਕਦੀ ਆ ਵੀ 2022 ਚ ਯੰਗਸਟਰ ਨਵੇਂ ਆਉਣੇ ਚਾਹੀਦੇ ਆ। ਮੈਂ ਇਹ ਵੀ ਗੱਲ ਕਹਿੰਦਾ ਵੀ 84 ਤੋਂ ਬਾਅਦ ਦਾ ਜਦੋਂ ਇਤਿਹਾਸ ਲਿਖਿਆ ਜਾਏਗਾ, 84 ਤੱਕ ਦਾ ਲਿਖਿਆ ਗਿਆ, ਉਸ ਤੋਂ ਬਾਅਦ ਦਾ ਜੇ ਇਤਿਹਾਸ ਲਿਖਿਆ ਜਾਏਗਾ ਤੇ ਇਸ ਮੂਵਮੈਂਟ ਉਹਦਾ ਵੱਡਾ ਹਿੱਸਾ ਹੋਏਗੀ ਆਲ ਅੰਦੋਲਨ। ਓਬਵੀਅਸਲੀ ਭਾਜੀ ਵੀ ਇਹਦੇ ਉੱਤੇ ਹੋ ਹੀ ਕੁਝ ਨਹੀਂ ਸਕਦਾ ਯਾਰ। ਕਿੰਨੇ ਮੋਹ ਪਿਆਰ ਨਾਲ, ਮੈਂ ਉਹੀ ਕਹਿੰਦਾ ਵੀ ਦਿਲ ਐ ਵੀ ਆਸ਼ਸ਼ ਕਰਕੇ ਉੱਠਿਆ ਖੜਾ ਉੱਥੇ, ਇੰਨੀ ਪੋਜ਼ਿਟਿਵਿਟੀ ਨਾਲ ਇੰਨਾ ਅਸੀਂ ਚੌੜਾ ਸੀਨਾ ਕਰਕੇ ਖੜਦੇ ਸੀ। ਜਦੋਂ ਹੈਦਰਾਬਾਦ ਗਏ ਸੀ ਅਸੀਂ ਹਫ਼ਤਾ ਪਿੱਛੇ ਲਾ ਕੇ ਆਏ ਐਂ ਖੜਨ ਦੇ ਵੀ ਸਾਡੇ ਵਾਲੇ ਖੜੇ ਆ ਯਾਰ ਬਾਰਡਰ ਤੇ। ਮੈਂ ਕਿਹਾ ਹੋਰ ਕਿਸੇ ਤੋਂ ਜਾ ਨਹੀਂ ਆ। ਇੱਕ ਹੋਰ ਚੀਜ਼ ਮੈਨੂੰ ਯਾਦ ਆ ਗਈ, ਮੈਂ ਆਖਰੀ ਸਵਾਲ ਕਰਨਾ ਸੀਗਾ। ਤੁਸੀਂ ਜਿਸ ਤਰ੍ਹਾਂ ਪੱਗ ਵਾਲੇ ਬੰਦੇ ਇੰਡਸਟਰੀ ਦੇ ਵਿੱਚ 1-2 ਹੀ ਹੋ, ਤੁਸੀਂ ਦਲਜੀਤ ਦੋਸਾਂਝ ਜਾਂ ਇੱਕ ਅੱਧੇ ਕੋ ਹੋਰ ਹੋਣਗੇ। ਹਾਂ ਜੀ ਬਹੁਤ ਚੜ੍ਹਦੀ ਕਲਾ ਵਾਲੇ ਹੋ ਗਏ, 20-25 ਹੋ ਗਏ ਜੀ, ਵਧੀਆ। ਜਿਹੜੇ ਉੱਥੇ ਦੇ ਲੋਕ ਨੇ, ਜਿਹੜੀ ਪਰਸੈਪਸ਼ਨ ਖਾਲਿਸਤਾਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਸਿੱਖ ਨੇ ਤੇ ਸ਼ਾਇਦ ਖਾਲਿਸਤਾਨੀ ਨੇ, ਜਦੋਂ ਤੁਹਾਡੇ ਨਾਲ ਬਾਲੀਵੁੱਡ ਦੇ ਸਾਥੀ ਕਲਾਕਾਰ ਗੱਲਬਾਤ ਕਰਦੇ, ਇਸ ਐਜੀਟੇਸ਼ਨ ਨੂੰ ਲੈ ਕੇ ਗੱਲਬਾਤ ਕਰਦੇ ਆ, ਉਹਨਾਂ ਦਾ ਕੀ ਨਜ਼ਰੀਆ ਹੈਗਾ? ਸਾਰੇ ਹੱਕ 'ਚ ਨੇ। ਮੈਂ ਕੱਲ੍ਹ ਅਜੇ ਦੇਵਗਨ ਭਾਈ ਦੇ ਨਾਲ ਸੀਗਾ, ਫੁੱਲ ਹੱਕ 'ਚ ਸੀਗੇ। ਭਾਜੀ ਆਂਦੇ ਵੀ ਤੁਸੀਂ ਜਿੱਤੋਗੇ ਜ਼ਰੂਰ। ਮੈਂ ਜਿਹੜੀ ਪਹਿਲਾਂ ਵਾਲੀ ਕੜੀ ਦੱਸ ਕੇ ਹਟਿਆ ਵੀ ਹਰੇਕ ਦੀ ਕੋਈ ਨਾ ਕੋਈ ਕੜੀ ਫੜ ਰੱਖੀ ਆ ਉਹਨਾਂ ਨੇ, ਤੇ ਉਹ ਕਹਿੰਦੇ ਵੀ ਜੈਨੂਅਲੀ ਤੁਹਾਡੇ ਨਾਲ ਆ, ਤੁਸੀਂ ਜਿੱਤੋਗੇ। ਕਹਿੰਦਾ ਤੂੰ ਮੇਰਾ ਛੋਟਾ ਵੀਰ ਆ, ਵੀ ਕਹਿੰਦੇ ਉਹ ਵੀ ਅਜੇ ਦੇਵਗਨ ਪੰਜਾਬ ਤੋਂ ਹੀ ਆ, ਰਾਈਟ, ਵੀ ਇੱਥੋਂ ਦੇ ਜੰਮਪਲ ਨੇ। ਤੇ ਉਹ ਕਹਿੰਦੇ ਵੀ ਮਤਲਬ ਜਿਹੜੀ ਚੀਜ਼ ਸੱਚ ਹੈ, ਸੱਚ ਨੂੰ ਕੋਈ ਬੰਦਾ ਨਹੀਂ ਰੋਕ ਸਕਦਾ, ਸੱਚ ਦੀ ਹਮੇਸ਼ਾ ਜਿੱਤ ਹੋਣੀ ਹੋਣੀ। ਬਾਈ ਆਖਰੀ
ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਤੁਸੀਂ ਲਾਈਵ ਹੋ ਇਸ ਸਮੇਂ, ਜਿਹੜੇ ਲੋਕ ਤੁਹਾਨੂੰ ਹਜ਼ਾਰਾਂ ਲੋਕ ਦੇਖ ਰਹੇ ਨੇ? ਬੇਨਤੀ ਪੀਸਫੁਲੀ ਸ਼ਾਂਤਮਈ ਤਰੀਕੇ ਨਾਲ ਜਿਹੜਾ ਵੀ ਇੱਥੋਂ ਤੱਕ ਆਪਾਂ ਆਏ ਆ ਤੇ ਹੈਰਾਨ ਪਹਿਲੇ ਨੰਬਰ ਤੇ ਹੈਰਾਨ ਕਰਨ ਵਾਲੀ ਚੀਜ਼ਾਂ ਨੇ ਵੀ ਸ਼ਾਂਤਮਈ ਤਰੀਕੇ ਨਾਲ ਇੱਥੇ ਹੀ ਆਏ ਆ ਤੇ ਸਤਿਕਾਰ ਸਹਿਤ ਦੋਨੇ ਹੱਥ ਜੋੜ ਕੇ ਸਾਰੇ ਵੀਰਾਂ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ ਸਭ ਤੋਂ ਪਹਿਲਾਂ ਧੰਨਵਾਦ ਤੇ ਦੂਜੇ ਨੰਬਰ ਤੇ ਸ਼ਾਂਤਮਈ ਤਰੀਕੇ ਨਾਲ ਆਪਾਂ ਸਾਰੇ ਰਲ ਮਿਲ ਕੇ ਚੱਲੀਏ ਤੇ ਜੈਨੂਅਲੀ ਆਪਾਂ ਜੰਗ ਜਿੱਤਾਂਗੇ। ਜਿੱਦਣ ਜਿੱਤ ਕਿੰਨੀ ਕੁ ਦੂਰ ਲੱਗ ਰਹੀ ਹੈ ਜੀ? ਨਹੀਂ ਨਹੀਂ ਨੇੜੇ ਹੀ ਹੈ ਤੇ ਜਿੱਦਣ ਜੰਗ ਜਿੱਤ ਗਏ ਫਿਰ ਐਂ ਜਾਂਦੇ ਨੱਚਦੇ ਜਾਵਾਂਗੇ ਟਰਾਲੀਆਂ 'ਚ ਐ ਮੱਠਾ ਮੱਠਾ ਨਜ਼ਾਰੇ ਨਾਲ। ਤੁਸੀਂ ਕੀ ਕਹੋਗੇ? ਬਸ ਇਹੀ ਕਹੂੰਗਾ ਪੀਸਫੁਲੀ ਸਾਰਿਆਂ ਨੇ ਪ੍ਰੋਟੈਸਟ ਕਰੋ, ਮਹਾਰਾਜ ਦਾ ਨਾਮ ਲਓ, ਸਾਰਾ ਕੁਝ ਵਧੀਆ ਹੋ ਜਾਣਾ। ਸੋ ਇਹ ਸਨ ਐਮੀ ਵਿਰਕ, ਮਨਿੰਦਰ ਬੁੱਟਰ। ਬਹੁਤ ਆਸਮੰਦ ਨੇ, ਕਹਿੰਦੇ ਜਿੱਤ ਨੇੜੇ ਹੈਗੀ ਆ। ਜਿਸ ਤਰ੍ਹਾਂ ਦਾ ਸਮਰਥਨ ਮਿਲਿਆ ਔਰ ਜਿੰਨੀ ਖੂਬਸੂਰਤੀ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ, ਆਪਸੀ ਭਾਈਚਾਰਕ ਸਾਂਝ ਦੇ ਨਾਲ ਇਹ ਅੰਦੋਲਨ ਤੁਰਿਆ ਹੈਗਾ, ਇਹ ਜਿੱਤ ਕੇ ਮੁੜਨਗੇ। ਪੰਜਾਬ ਦੀ ਜਾਂ ਦੇਸ਼ ਦੇ, ਦੁਨੀਆ ਦੇ, ਦੇਸ਼ ਦੇ ਕਿਸਾਨਾਂ ਦੀ ਜਿੱਤ ਹੋਏਗੀ। ਹਾਲਾਂਕਿ ਸਰਕਾਰ ਜਿਹੜੀ ਫਿਲਹਾਲ ਕੁਝ ਅੜੀ ਹੋਈ ਨਜ਼ਰ ਆ ਰਹੀ ਹੈ, ਪਰ ਜਿਸ ਤਰ੍ਹਾਂ ਦੀਆਂ ਪ੍ਰਪੋਜ਼ਲ ਆ ਰਹੇ ਨੇ, ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਬਿੱਲ ਮੋੜਨ ਦਾ ਜਿਹੜਾ ਅੰਦੋਲਨ ਹੋਇਆ ਉਹ ਜਿੱਤ ਦੇ ਰੂਪ ਵਿੱਚ ਵੀ ਵਾਪਸ ਪੰਜਾਬ ਪਰਤੇਗਾ। ਕੈਮਰਾਮੈਨ ਪਵਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਦਿੱਲੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।